ਸੋ ਅੱਜ ਅਸੀਂ ਸਭ ਤੋਂ ਪਹਿਲਾਂ ਡੌਸ ਕਮਾਂਡਸ ਜਿਹੜੀਆਂ ਨੇ ਉਹਨਾਂ ਦੀ ਗੱਲ ਕਰਨੀ ਹੈ। ਪਰ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਡੌਸ ਜਿਹੜੀ ਹੈ ਉਹ ਹੈ ਕੀ ਚੀਜ਼, ਯਾਨੀ ਕਿ ਡੌਸ ਦੀ ਵਰਤੋਂ ਅਸੀਂ ਕਿਹੜੇ ਕੰਮ ਦੇ ਲਈ ਕਰਦੇ ਹਾਂ। ਕੋਈ ਵਿਦਿਆਰਥੀ ਤੁਹਾਡੇ ਵਿੱਚੋਂ ਜੇ ਦੱਸਣਾ ਚਾਹਵੇ ਤਾਂ ਖੁੱਲ੍ਹਾ ਸੱਦਾ। ਕੋਈ ਸਟੂਡੈਂਟ, what does mean by DOS? DOS ਕਮਾਂਡਸ ਕੀ ਹੁੰਦੀਆਂ ਨੇ ਇਹਦੇ ਬਾਰੇ, ਜਾਂ ਇਕੱਲਾ DOS ਜਿਹੜੀ ਹੈ ਉਹ ਕੀ डिस्क ਹੈ? ऑपरेटिंग सिस्टम है सर। ਡਿਸਕ सर ਆਪਰੇਟਿੰਗ डॉस सिस्टम टू है डिस्क ऑपरेटिंग सिस्टम क्या जानते हैं वैसे तो? जी। बलजिंदर कौर की बोल रहे हो डॉस में से डिस्क ऑपरेटिंग सिस्टम वैसे भी फुल फॉर्म है। जी? हाँ जी। सर CUI है, जिवें ਆਪਾਂ GUI ग्राफिक्स यूजर इंटरफेस ਨੂੰ ਯੂਜ਼ ਕਰਦੇ ਆ, ਇਹ ਕਮਾਂਡ ਬੇਸਡ ਹੈ ਸਰ। ਕਮਾਂਡ ਬੇਸਡ। ਫਾਈਲ ਨੇਮ ਕਾਪੀ ਕੌਨ ਵਗੈਰਾ ਇਹਦੇ ਚ ਕਮਾਂਡਸ ਆਉਂਦੀਆਂ ਹੁੰਦੀਆਂ ਸਰ ਕਮਾਂਡਸ ਨੂੰ ਟਾਈਪ ਕਰਨ ਵਾਸਤੇ ਵਰਤਦੇ ਹਾਂ। ਵਗੈਰਾ ਕਮਾਂਡਸ ਦੇ ਸੀਗਾ ਜੀ, ਸਿਮ ਡਾਇਰੈਕਟਰੀ ਵਗੈਰਾ। ਜੀ ਬਿਲਕੁਲ ਸਹੀ ਹੈ। ਸਿਮਰਜੀਤ ਦੱਸ ਰਿਹਾ ਹੈ, ਜਟਾਣਾ ਜੀ ਦੱਸ ਰਹੇ ਨੇ, ਬਲਜਿੰਦਰ ਕੌਰ ਨੇ ਦੱਸਿਆ, ਸਹੀ ਦੱਸਿਆ। ਹੋਰ ਕੋਈ ਵਿਦਿਆਰਥੀ? ਜੀ ਅਸੀਂ ਤੁਹਾਨੂੰ ਯਾਦ ਹੋਣਾ ਹੈ, ਮੈਂ ਇੱਕ ਸਕਰੀਨ ਸ਼ੇਅਰ ਕਰਕੇ ਤੁਹਾਨੂੰ ਯਾਦ ਕਰਾ ਦਿੰਦਾ ਕਿ ਅਸੀਂ ਕੁਝ ਪਹਿਲਾਂ ਵਿੰਡੋਜ਼ ਬਾਰੇ ਕੁਝ ਕੰਮ ਕਰ ਚੁੱਕੇ ਹਾਂ। ਆਪਰੇਟਿੰਗ ਸਿਸਟਮਸ ਦੇ ਬਾਰੇ ਕੁਝ ਅਸੀਂ ਕੰਮ ਕਰ ਚੁੱਕੇ ਹਾਂ ਆਲਰੇਡੀ। ਹੁਣ ਅਸੀਂ ਅੱਜ ਦੇਖਦੇ ਹਾਂ, ਉਸ ਨੂੰ ਦੁਬਾਰਾ ਰਿਵਾਈਜ਼ ਕਰਦੇ ਹਾਂ ਕਿ ਕੀ ਕੁਝ ਸੀਗਾ। ਮੈਂ ਸਕਰੀਨ ਇੱਕ ਸ਼ੇਅਰ ਕਰ ਰਿਹਾ ਤੁਹਾਡੇ ਨਾਲ। MS ਵਰਡ ਦੇ ਵਿੱਚ ਇੱਕ ਨਵੀਂ ਫਾਈਲ ਦੇ ਵਿੱਚ ਦੇਖੋ, ਆਪਾਂ ਕੀਤਾ ਸੀ ਸੌਫਟਵੇਅਰ। ਜਿੱਥੇ ਲੋਡ ਪਵੇ ਉਹਨੂੰ ਨੋਟ ਕਰ ਲੈਣਾ। ਸੌਫਟਵੇਅਰ ਦੋ ਤਰ੍ਹਾਂ ਦੇ ਸੀਗੇ। ਅਸੀਂ ਕੀਤਾ ਸੀਗਾ ਕਿ ਐਪਲੀਕੇਸ਼ਨ, ਅਤੇ ਦੂਸਰੇ ਸੀਗੇ ਸਾਡੇ ਕੋਲ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਦੋ ਤਰ੍ਹਾਂ ਦੇ ਇਹ ਸਾਡੇ ਕੋਲ ਸੌਫਟਵੇਅਰ ਸੀਗੇ। ਇਹਨਾਂ ਦੇ ਵਿੱਚੋਂ ਜਿਹੜਾ ਸਾਡੇ ਕੋਲ ਸਿਸਟਮ ਸੌਫਟਵੇਅਰ ਹੈ ਉਹਦੀ ਇੱਕ ਕਿਸਮ ਹੈ ਓਪਰੇਟਿੰਗ ਸਿਸਟਮ। ਇਹਦੀ ਇੱਕ ਕਿਸਮ ਹੈ ਓਪਰੇਟਿੰਗ ਸਿਸਟਮ। ਅਤੇ ਓਪਰੇਟਿੰਗ ਸਿਸਟਮ ਹੈ ਅੱਗੇ ਸਾਡੇ ਕੋਲ ਦੋ ਤਰ੍ਹਾਂ ਦੇ ਨੇ, CUI ਜਿਹਦੀ ਉਦਾਹਰਣ ਹੈ ਸਾਡੇ ਕੋਲ DOS, ਅਤੇ ਦੂਸਰਾ ਹੈ ਸਾਡੇ ਕੋਲ GUI ਜਿਹਦੀ ਉਦਾਹਰਣ ਹੈ ਵਿੰਡੋਜ਼। ਠੀਕ ਹੈ ਜੀ। ਸੋ ਇਸ ਬਾਰੇ ਤਾਂ ਕਿਸੇ ਨੂੰ ਕੋਈ ਵਹਿਮ ਨਹੀਂ ਹੋਣਾ ਚਾਹੀਦਾ, ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕਿ ਕਿਹੜੇ ਸਿਸਟਮ ਨੂੰ ਅਸੀਂ CUI ਕਹਿੰਦੇ ਹਾਂ ਜਾਂ ਕਿਹਨੂੰ ਅਸੀਂ GUI ਕਹਿੰਦੇ ਹਾਂ। ਤਾਂ ਗ੍ਰਾਫਿਕਸ ਯੂਜ਼ਰ ਇੰਟਰਫੇਸ ਦੇ ਵਿੱਚ ਸਾਰਾ ਕੰਮ ਮਾਊਸ ਦੇ ਕਲਿੱਕ ਦੇ ਰਾਹੀਂ, ਮਾਊਸ ਪੁਆਇੰਟਰ ਦੇ ਰਾਹੀਂ, ਡਾਇਲੋਗ ਬਾਕਸਿਸ ਦੇ ਰਾਹੀਂ ਹੁੰਦਾ। ਬਟ ਜਿਹੜਾ CUI ਹੈ, ਜਿਹਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਕਰੈਕਟਰ ਯੂਜ਼ਰ ਇੰਟਰਫੇਸ, ਇਹਦੇ ਵਿੱਚ ਅਸੀਂ ਮਾਊਸ ਦੀ, ਮਾਊਸ ਪੁਆਇੰਟਰ ਦੀ, ਮੈਨਿਊਜ਼ ਦੀ, ਡਾਇਲੋਗ ਬਾਕਸਿਸ ਦੀ, ਆਈਕਨ ਦੀ ਅਸੀਂ ਮਦਦ ਨਹੀਂ ਲੈਂਦੇ। ਇਹਦੇ ਵਿੱਚ ਸਿਰਫ ਲਿਖ ਕੇ ਕਮਾਂਡਾਂ ਦਿੱਤੀਆਂ ਜਾਂਦੀਆਂ ਨੇ। ਸੋ ਅੱਜ ਅਸੀਂ ਕਰਾਂਗੇ ਵਿੰਡੋਜ਼ ਦੇ ਨਾਲ। ਤਾਂ ਸਾਨੂੰ ਕਾਫੀ ਸਾਰੀ ਜਿਹੜੀ ਹੈ ਜਾਣਕਾਰੀ ਵਿੰਡੋਜ਼ ਦੇ ਬਾਰੇ ਸਾਨੂੰ ਮਿਲ ਗਈ ਹੈ ਕਿ ਅਸੀਂ ਵਿੰਡੋਜ਼ ਵਿੱਚ ਫਾਈਲਾਂ ਕਿਵੇਂ ਬਣਾਉਣੀਆਂ ਨੇ, ਫੋਲਡਰ ਕਿਵੇਂ ਬਣਾਉਣੇ ਨੇ, ਹੋਰ ਕੰਮ ਕਿਵੇਂ ਕਰਨੇ ਨੇ, ਵਿੰਡੋਜ਼ ਬਾਰੇ ਅਸੀਂ ਜਾਣਦੇ ਹਾਂ ਔਰ ਸਿੱਖ ਚੁੱਕੇ ਹਾਂ ਪਿਛਲੇ ਦਿਨਾਂ ਦੇ ਵਿੱਚ। ਅੱਜ ਅਸੀਂ ਦੇਖਾਂਗੇ ਕਿ ਜੇ ਸਾਡੇ ਕੰਪਿਊਟਰ ਦੇ ਵਿੱਚ ਵਿੰਡੋਜ਼ ਨਹੀਂ ਹੈ, ਸਾਡੇ ਕੰਪਿਊਟਰ 'ਚ ਸਿਰਫ DOS ਹੋਵੇ, ਅਤੇ ਅਸੀਂ DOS ਦੇ ਰਾਹੀਂ ਕੋਈ ਨਵਾਂ ਫੋਲਡਰ ਬਣਾਉਣਾ ਹੋਵੇ, ਨਵੀਂ ਫਾਈਲ ਬਣਾਉਣੀ ਹੋਵੇ, ਉਹਨੂੰ ਕਿਵੇਂ ਬਣਾਵਾਂਗੇ। ਉਹਦਾ ਨਾਮ ਚੇਂਜ ਕਰਨਾ ਹੋਵੇ, ਚੇਂਜ ਕਿਵੇਂ ਕਰਾਂਗੇ। ਕੁਝ ਡਿਲੀਟ ਕਰਨਾ ਹੋਵੇ, ਡਿਲੀਟ ਕਿਵੇਂ ਕਰਾਂਗੇ। ਫਿਲਹਾਲ DOS ਦੀ ਦੁਨੀਆ ਬਹੁਤ ਵੱਡੀ ਹੈ, ਵਿਸ਼ਾਲ ਹੈ, ਅਤੇ ਅਸੀਂ DOS ਦੀ ਸਿਰਫ ਆਮ ਜਾਣਕਾਰੀ ਹੀ ਹਾਸਲ ਕਰਨੀ ਹੈ। ਕੁਝ 6-7 ਕਮਾਂਡ ਨੇ ਜਿਹੜੀਆਂ ਤੁਹਾਡੇ ਸਿਲੇਬਸ ਵਿੱਚ ਦਿੱਤੀਆਂ ਹੋਈਆਂ ਨੇ, ਸਿਰਫ ਉਹਨਾਂ ਦੇ ਬਾਰੇ ਹੀ ਅਸੀਂ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰਨੀ ਹੈ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਉਹਦੇ ਤੋਂ ਤੁਹਾਨੂੰ ਇੱਕ ਅੰਦਾਜ਼ਾ ਲੱਗ ਜਾਊਗਾ। ਹੁਣ ਤੱਕ ਤਾਂ ਤੁਸੀਂ ਰੱਟੇ ਲਗਾਉਂਦੇ ਆਏ ਹੋ ਕਿ CUI ਅਤੇ GUI ਕੀ ਹੁੰਦਾ ਹੈ, ਬਟ ਅੱਜ ਤੁਸੀਂ ਦੇਖੋਗੇ ਪ੍ਰੈਕਟੀਕਲੀ ਕਿ ਗ੍ਰਾਫਿਕਸ ਯੂਜ਼ਰ ਇੰਟਰਫੇਸ ਅਤੇ ਕਰੈਕਟਰ ਯੂਜ਼ਰ ਇੰਟਰਫੇਸ ਦੇ ਵਿੱਚ ਮੂਲ ਜਿਹੜਾ ਹੈ ਫ਼ਰਕ
ਉਹ ਕੀ ਹੁੰਦਾ ਹੈ। ਲਓ ਦੇਖੋ ਮੈਂ ਕੀ ਕਰਦਾ, ਇਹ ਡੈਸਕਟਾਪ ਨਜ਼ਰ ਆ ਰਹੀ ਹੈ ਸਾਰਿਆਂ ਨੂੰ। ਇੱਥੇ ਮੈਂ ਦੋ ਸਕਰੀਨਾਂ ਖੋਲ੍ਹ ਲੈਂਦਾ। ਇੱਕ ਤਾਂ ਮੈਂ ਜੀ ਇੱਥੋਂ ਦਿਸ ਪੀਸੀ ਨੂੰ ਖੋਲ੍ਹ ਲੈਂਦਾ, ਔਰ ਜਦੋਂ ਹੀ ਮੈਂ ਇਸ ਸਕਰੀਨ ਨੂੰ ਇੱਥੋਂ ਪਕੜ ਕੇ ਟੌਪ ਤੋਂ ਬਿਲਕੁਲ ਸੱਜੇ ਕਿਨਾਰੇ ਦੇ ਵਿਚਾਲੇ 'ਚ ਜਾ ਕੇ ਛੱਡ ਦਿਆਂਗਾ ਡਰੈਗ ਕਰਦੇ ਹੋਏ, ਤਾਂ ਉਹ ਆਪਣੇ ਆਪ ਹੀ ਅੱਧੀ ਸਕਰੀਨ ਮੇਰੇ ਮੋਨੀਟਰ ਦੀ ਇਹ ਮੰਨ ਲਏਗੀ। ਦੂਜੇ ਪਾਸੇ ਅਸੀਂ ਜਿਹੜੀ ਸਕਰੀਨ ਖੋਲ੍ਹਣੀ ਹੈ ਉਹ ਖੋਲ੍ਹਣੀ ਡੌਸ ਦੀ। ਤਾਂ ਅਸੀਂ ਡੌਸ ਨੂੰ ਖੋਲ੍ਹਣਾ ਕਿਵੇਂ ਹੈ, ਪਹਿਲਾ ਸਾਡੇ ਕੋਲ ਸਟੈਪ ਇਹ ਹੈ। ਡੌਸ ਜਿਹਨੂੰ ਕਿ ਡਿਸਕ ਆਪਰੇਟਿੰਗ ਸਿਸਟਮ ਕਹਿੰਦੇ ਆ, ਇਹਨੂੰ ਸ਼ਾਰਟ ਦੇ ਵਿੱਚ ਅਸੀਂ CMD ਕਹਿੰਦੇ ਆ, ਯਾਦ ਰੱਖ ਲੈਣਾ CMD। ਇਹ ਦੇਖ ਲਓ ਇੱਥੇ ਲਿਖਿਆ ਹੈ CMD, ਕਮਾਂਡ ਪ੍ਰੋਮਟ CMD। ਸੋ ਕਮਾਂਡ ਪ੍ਰੋਮਟ ਯਾਨੀ ਕਿ ਡੌਸ ਨੂੰ ਖੋਲ੍ਹਣ ਦਾ ਸ਼ਾਰਟਕਟ ਹੈ ਸਾਡੇ ਕੋਲ CMD। ਸੋ ਅਸੀਂ ਦੇਖਦੇ ਹਾਂ ਕਿ CMD ਨੂੰ ਖੋਲ੍ਹਣਾ ਕਿਵੇਂ। ਮੈਂ ਇਹਨੂੰ ਮਿਨੀਮਾਈਜ਼ ਕਰ ਦਿੰਦਾ। ਡੈਸਕਟਾਪ ਦੇ ਹੇਠਲੇ ਪਾਸੇ ਜਿਹੜੀ ਟਾਸਕ ਬਾਰ ਹੈ, ਉਸ ਟਾਸਕ ਬਾਰ ਦੇ ਉੱਤੇ ਤੁਸੀਂ ਖੱਬੇ ਹੱਥ ਜਿਹੜਾ ਸਟਾਰਟ ਬਟਨ ਹੈ ਉੱਥੇ ਕਲਿੱਕ ਕਰਨਾ, ਟਾਈਪ ਕਰਨਾ CMD। ਮੈਂ ਇੱਥੇ ਮੈਗਨੀਫਾਇਰ ਚਲਾ ਲੈਂਦਾ ਤਾਂ ਜੋ ਤੁਹਾਨੂੰ ਸਾਫ਼ ਨਜ਼ਰ ਆਏ। ਕਲਿੱਕ ਕੀਤਾ, ਟਾਈਪ ਕੀਤਾ CMD। ਜਿਵੇਂ ਹੀ CMD ਟਾਈਪ ਕੀਤਾ, ਮੈਂ ਉੱਪਰਲੇ ਪਾਸੇ ਮੇਰੇ ਕੋਲ ਟੌਪ ਤੇ ਮਿਲੇਗਾ ਕਮਾਂਡ ਪ੍ਰੋਮਟ। ਕਮਾਂਡ ਪ੍ਰੋਮਟ ਦਾ ਮਤਲਬ ਹੁੰਦਾ ਡੌਸ। ਸੋ ਇੱਥੇ ਜਾ ਕੇ ਅਸੀਂ ਕਲਿੱਕ ਕਰ ਦੇਣਾ। ਸਕਰੀਨ ਨਵੀਂ ਖੁੱਲ੍ਹ ਗਈ। ਨਵੀਂ ਸਕਰੀਨ ਦੇ ਵਿੱਚ ਜਿੱਥੇ ਮੈਂ ਕੰਮ ਕਰ ਰਿਹਾ, ਜਿੱਥੇ ਮੇਰੇ ਵਿੰਡੋਜ਼ ਦੀਆਂ ਫਾਈਲਸ ਪਈਆਂ ਨੇ, ਜਿਸ ਥਾਂ ਦੇ ਉੱਤੇ ਮੈਂ ਕੰਮ ਕਰ ਰਿਹਾ, ਉਹਦਾ ਪੂਰਾ ਪਾਥ, ਉਹਦਾ ਰਸਤਾ ਸਾਨੂੰ ਨਜ਼ਰ ਆ ਰਿਹਾ। ਕੀ ਰਸਤਾ ਹੈ ਜੀ? C ਡਰਾਈਵ, ਦੋ ਬਿੰਦੀਆਂ ਦਾ ਮਤਲਬ ਹੁੰਦਾ ਡਰਾਈਵ, ਅਤੇ C ਡਰਾਈਵ ਦਾ ਨਾਮ ਹੈ। ਤੋ ਜਿਹੜਾ ਕਾਲਨ ਹੈ, ਦੋ ਬਿੰਦੀਆਂ ਨੇ, ਉਹਦਾ ਮਤਲਬ ਡਰਾਈਵ ਹੁੰਦਾ। ਅੱਗੇ ਸਾਡੇ ਕੋਲ ਬੈਕਸਲੈਸ਼ ਹੈ, ਅਗਲੇ ਪਾਸੇ ਲਿਖਿਆ ਯੂਜ਼ਰਸ। ਯੂਜ਼ਰ ਨਾਂ ਦਾ ਫੋਲਡਰ ਹੈ C ਡਰਾਈਵ ਦੇ ਵਿੱਚ, ਅਤੇ ਉਹਦੇ ਵਿੱਚ CPK ਨਾਂ ਦਾ ਇੱਕ ਹੋਰ ਫੋਲਡਰ ਹੈ, ਉਹਦੇ ਵਿੱਚ ਅਸੀਂ ਬੈਠੇ ਹਾਂ। ਇੱਥੇ ਬੈਠ ਕੇ ਅਸੀਂ ਕੰਮ ਕਰ ਸਕਦੇ ਹਾਂ। ਫਿਲਹਾਲ ਅਸੀਂ ਜੇ ਵਾਪਸ ਜਾਣਾ ਹੋਵੇ C ਡਰਾਈਵ ਦੇ ਰੂਟ ਦੇ ਉੱਤੇ, ਤਾਂ ਰੂਟ ਦਾ ਮਤਲਬ ਇੱਥੇ ਕੀ ਹੁੰਦਾ ਹੈ? ਰੂਟ ਦਾ ਮਤਲਬ ਹੁੰਦਾ ਹੈ ਕਿ C ਡਰਾਈਵ ਦੇ ਉੱਤੇ ਬਾਹਰਲੇ ਪਾਸੇ ਜਾਣਾ, ਅੰਦਰ ਕਿਸੇ ਫਾਈਲ ਜਾਂ ਫੋਲਡਰ ਵਿੱਚੋਂ ਬਾਹਰ ਨਿਕਲਣਾ। ਦੂਜੇ ਪਾਸੇ ਮੇਰੇ ਕੋਲ ਵਿੰਡੋਜ਼ ਖੁੱਲ੍ਹੀ ਹੋਈ ਹੈ। ਵਿੰਡੋਜ਼ ਵਾਲੀ ਸਕਰੀਨ ਦੇ ਉੱਤੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਦੋਨਾਂ ਦਾ ਫਰਕ ਕੀ ਹੈ। ਦੇਖੋ ਧਿਆਨ ਨਾਲ, ਇਹ ਮੇਰੇ ਕੋਲ ਡਰਾਈਵਸ ਨੇ, ਮੇਰੀ ਹਾਰਡ ਡਿਸਕ ਦੀਆਂ ਡਰਾਈਵਸ ਨੇ। C ਡਰਾਈਵ ਹੈ, E ਹੈ, F ਹੈ, ਇਸੇ ਤਰ੍ਹਾਂ ਦੀਆਂ ਡਰਾਈਵਸ ਨੇ। ਇਹ ਵੀ ਸੇਮ ਡਰਾਈਵ ਤੁਹਾਨੂੰ ਜਿਹੜੀਆਂ ਨੇ ਉਹ ਡੌਸ ਦੇ ਵਿੱਚ ਨਜ਼ਰ ਆਉਣਗੀਆਂ। ਜੇ ਤੁਸੀਂ C ਡਰਾਈਵ ਦੇ ਵਿੱਚ ਬੈਠੇ ਹੋ, C ਤੋਂ D ਦੇ ਵਿੱਚ ਜਾਣਾ ਹੋਵੇ, ਤਾਂ ਤੁਸੀਂ ਸਿੰਪਲੀ ਇੱਥੇ ਜਾ ਕੇ ਡਬਲ ਕਲਿੱਕ ਕਰ ਦਿੰਦੇ ਹੋ F ਦੇ ਉੱਤੇ। E ਦੇ ਉੱਤੇ ਜੇ ਜਾਣਾ ਹੋਵੇ ਤਾਂ E 'ਤੇ ਡਬਲ ਕਲਿੱਕ ਕਰ ਦਿੰਦੇ ਹੋ, ਔਰ ਵਾਪਸ ਜਾਣਾ ਹੋਵੇ ਤਾਂ ਬੈਕ ਬਟਨ ਦੇ ਉੱਤੇ ਕਲਿੱਕ ਕਰ ਦਿੰਦੇ ਹੋ। ਬਿਲਕੁਲ ਸਿੰਪਲ ਹੈ। ਪਰ ਜੇ ਡੌਸ ਦੀ ਗੱਲ ਕਰੀਏ ਤਾਂ ਡੌਸ ਦੇ ਵਿੱਚ ਜੇ C ਡਰਾਈਵ ਦੇ ਵਿੱਚ ਅਸੀਂ ਬੈਠੇ ਹਾਂ, ਇੱਥੋਂ ਅਸੀਂ ਜੇ E ਦੇ ਵਿੱਚ ਜਾਣਾ ਹੋਵੇ ਤਾਂ ਦੇਖੋ ਸਭ ਤੋਂ ਪਹਿਲਾਂ ਅਸੀਂ ਜਿਹੜੀ ਕਮਾਂਡ ਯੂਜ਼ ਕਰਾਂਗੇ ਉਹਦਾ ਨਾਮ ਹੈ CD, ਯਾਨੀ ਕਿ ਚੇਂਜ ਡਾਇਰੈਕਟਰੀ। CD ਪਾ ਕੇ ਦੋ ਬਿੰਦੀਆਂ ਪਾ ਦਾਂਗੇ ਅਤੇ ਅਸੀਂ ਪਿਛਾਂ ਨੂੰ ਚਲੇ ਜਾਵਾਂਗੇ, ਬੈਕ ਨੂੰ ਚਲੇ ਜਾਵਾਂਗੇ। ਚੇਂਜ ਡਾਇਰੈਕਟਰੀ, ਦੋ ਬਿੰਦੀਆਂ ਪਾ ਕੇ ਮਤਲਬ ਇੱਕ ਸਟੈਪ ਪਿਛਾਂ ਚਲੇ ਜਾਵਾਂਗੇ। ਅਸੀਂ ਯੂਜ਼ਰਸ ਦੇ ਵਿੱਚ CPK ਦੇ ਵਿੱਚ ਬੈਠੇ ਸੀ, ਅਸੀਂ ਹੁਣ CPK ਤੋਂ ਬਾਹਰ ਨਿਕਲ ਜਾਵਾਂਗੇ। ਜਿਵੇਂ ਵੀ ਐਂਟਰ ਦਬਾਂਗੇ ਬਾਹਰ ਨਿਕਲ ਗਏ। ਦੇਖੋ C ਕਾਲਨ, ਅੱਗੇ ਯੂਜ਼ਰਸ ਆ ਗਿਆ, CPK ਤੋਂ ਅਸੀਂ ਬਾਹਰ ਆ ਗਏ। ਇਸੇ ਤਰ੍ਹਾਂ CD ਦੋ ਬਿੰਦੀਆਂ ਫਿਰ ਪਾਵਾਂਗਾ, ਫਿਰ ਮੈਂ ਇਸ ਫੋਲਡਰ ਵਿੱਚੋਂ ਵੀ ਬਾਹਰ ਆ ਜਾਵਾਂਗਾ। ਹੁਣ ਮੈਂ ਬਾਹਰ ਆ ਗਿਆ, ਯਾਨੀ ਕਿ ਰੂਟ ਦੇ ਉੱਤੇ ਆ ਗਿਆ, C ਡਰਾਈਵ ਦੇ ਉੱਤੇ ਆ ਗਿਆ। ਅੰਦਰ ਸਾਰੇ ਫਾਈਲਾਂ ਅਤੇ ਫੋਲਡਰ ਪਏ ਹੋਏ ਨੇ। ਇਹ C ਡਰਾਈਵ ਜਿਹੜੀ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੈ, ਇਸ C ਡਰਾਈਵ ਦੇ ਵਿੱਚ ਕੀ ਕੁਝ ਹੈ ਉਹਨਾਂ ਨੂੰ ਤੁਸੀਂ ਜੇ ਦੇਖਣਾ ਚਾਹੋ ਤਾਂ ਸਾਡੇ ਕੋਲ ਕਮਾਂਡ ਹੈ dir, ਯਾਨੀ ਕਿ ਡਾਇਰੈਕਟਰੀ। ਤੋਂ dir ਟਾਈਪ ਕਰਕੇ ਐਂਟਰ ਮਾਰੋਗੇ ਤਾਂ C ਡਰਾਈਵ ਦੇ ਵਿੱਚ ਜਿੰਨੀਆਂ ਹੀ ਫਾਈਲਾਂ ਆਉਣਗੀਆਂ, ਉਹਨਾਂ ਸਾਰੀਆਂ ਫਾਈਲਸ ਅਤੇ ਫੋਲਡਰ ਦੇ ਨਾਮ ਤੁਹਾਨੂੰ ਇੱਥੇ ਨਜ਼ਰ ਆ ਜਾਣਗੇ। ਜੇ ਕੋਈ
ਹੈਕਸਾਡੈਸੀਮਲ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਕੋਈ ਫਾਈਲ ਦਾ ਨਾਮ ਹੋਏਗਾ ਉਹ ਇੱਥੇ ਕੁਐਸਚਨ ਮਾਰਕ ਲਗਾ ਦੇਗਾ, ਕਿਉਂਕਿ ਪ੍ਰੋਪਰ ਸਪੋਰਟ ਜਿਹੜੀ ਹੈ ਉਹ CUI ਜਿਹੜਾ ਹੈ ਉਹ ਅਜੇ ਵਿੰਡੋ ਜਿਹੜਾ ਯੂਨੀਕੋਡ ਦੀ ਸ਼ਾਇਦ ਨਹੀਂ ਕਰਦਾ। ਸੋ ਅਸੀਂ ਦੇਖਿਆ ਸੀ C ਡਰਾਈਵ ਦੇ ਵਿੱਚ ਕਿਹੜੇ ਨਾਮ ਦੇ ਫੋਲਡਰ ਨੇ। ਦੇਖੋ ਐਡਮਿਸ਼ਨਸ 2020 ਹੈ, CP ਕੰਪੋਜ਼ ਹੈ, ਡਰਾਈਵਸ ਹੈ, ਇੰਗਲਿਸ਼ ਕਲਾਸਿਸ ਹੈ, ਇਸ ਤਰ੍ਹਾਂ ਪ੍ਰੋਗਰਾਮ ਫਾਈਲਸ ਨੇ, ਯੂਜ਼ਰ ਹੈ, ਵਿੰਡੋ ਹੈ, ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲਣਗੀਆਂ। ਇਹਨੂੰ ਅਸੀਂ ਚੈੱਕ ਵੀ ਕਰ ਸਕਦੇ ਹਾਂ। ਵਿੰਡੋ ਵਾਲਾ ਪਾਸਾ ਦੂਜੇ ਪਾਸੇ ਖੋਲ੍ਹਿਆ ਹੋਇਆ ਮੈਂ, ਇਹਦੇ ਵਿੱਚ ਮੈਂ C ਡਰਾਈਵ ਦੇ ਵਿੱਚ ਜਾ ਕੇ ਵੇਖ ਲੈਣਾ, ਉਹੀ ਚੀਜ਼ਾਂ ਨੇ। ਦੇਖੋ ਆ ਯੂਜ਼ਰ ਨਾਂ ਦਾ ਫੋਲਡਰ ਵੀ ਪਿਆ, ਵਿੰਡੋਜ਼ ਵੀ ਪਿਆ, ਇੱਧਰ ਵੀ ਸਾਡੇ ਕੋਲ ਵਿੰਡੋਜ਼ ਵੀ ਸੀਗਾ, ਯੂਜ਼ਰ ਵੀ ਸੀਗਾ। ਹੁਣ ਨੈਕਸਟ ਇਹ ਹੈ ਕਿ ਇਹ ਸਕਰੀਨ ਜਿਹੜੀ ਹੈ DOS ਵਾਲੀ ਪੂਰੀ ਭਰੀ ਗਈ ਹੈ। ਇਸ ਸਕਰੀਨ ਨੂੰ ਜੇ ਅਸੀਂ ਸਾਫ਼ ਕਰਨਾ ਹੋਵੇ ਤਾਂ ਸਾਡੇ ਕੋਲ ਕਮਾਂਡ ਹੁੰਦੀ ਹੈ CLS, ਯਾਨੀ ਕਿ ਕਲੀਅਰ ਸਕਰੀਨ। CLS ਜਿਵੇਂ ਹੀ ਦੱਬਾਂਗੇ ਤਾਂ DOS ਵਾਲੀ ਸਕਰੀਨ ਜਿਹੜੀ ਹੈ ਉਹ ਸਾਫ਼ ਹੋ ਜਾਏਗੀ। ਫਿਲਹਾਲ ਅਸੀਂ ਇੱਕੋ ਹੀ ਕਮਾਂਡ ਕੀਤੀ ਹੈ dir, ਤੇ ਇਸ ਤੋਂ ਪਹਿਲਾਂ ਅਸੀਂ ਕੀਤਾ ਸੀ cd ... ਮਤਲਬ ਪਿਛਲੀ ਡਾਇਰੈਕਟਰੀ ਦੇ ਉੱਤੇ ਜਾਣ ਲਈ। ਇਹ C ... ਦੀ ਜੇ ਤੁਹਾਨੂੰ ਸਮਝ ਨਹੀਂ ਆਈ ਤੇ ਦੁਬਾਰਾ ਫਿਰ ਮੈਂ ਵਿੰਡੋਜ਼ ਦੇ ਵਿੱਚ ਜਾ ਕੇ ਸਮਝਾਉਣ ਦਾ ਯਤਨ ਕਰਦਾ। ਇੱਥੇ ਦੇਖੋ ਧਿਆਨ ਨਾਲ, ਉੱਤੇ ਲਿਖਿਆ this PC, ਅੱਗੇ ਲਿਖਿਆ ਲੋਕਲ ਡਿਸਕ C। ਮੈਂ CP ਕੰਪੋਜ਼ ਵਾਲੇ ਫੋਲਡਰ ਦੇ ਸਕਰੀਨ ਨਹੀਂ ਨਜ਼ਰ ਆ ਰਹੀ। ਸਕਰੀਨ ਨਜ਼ਰ ਨਹੀਂ ਆ ਰਹੀ। ਰੋਲ ਨੰਬਰ 3 ਦਿਵਾਂਸ਼ੂ, ਨਜ਼ਰ ਆ ਰਹੀ ਹੈ ਸਕਰੀਨ? ਤੁਹਾਡੀ ਵੀਡੀਓ ਆ ਰਹੀ ਹੈ ਸਰ। ਹਾਂਜੀ ਸਰ, ਆ ਰਹੀ ਹੈ ਸਰ। ਪਿਨ ਕਰ ਲਓ ਪਿਨ ਕਰਾ ਸਕਰੀਨ ਨੂੰ, ਪਿਨ ਕਰ ਲਓ ਬੇਟਾ। ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਰਿਕੁਐਸਟ ਹੈ ਜੀ, ਇੱਕ ਵੀ ਵੀਡੀਓ ਸਰ ਆਪਣੀ ਬਣਾ ਲਿਓ ਸਾਰੇ ਦੀ, ਆਪਾਂ ਜਿਹੜੀ ਆਪਣੀ ਕਲਾਸ ਚੱਲ ਰਹੀ ਹੈ ਜੀ ਉਹ ਬਾਅਦ ਚ ਬੜੀ ਹੈਲਪਫੁਲ ਹੁੰਦੀ ਹੈ ਸਰ। ਹਾਂ ਬਿਲਕੁਲ, ਵੀਡੀਓ ਤਾਂ ਸ਼ੁਰੂ ਕਰ ਦਿੱਤੀ, ਬਸ ਉਹ ਤਾਂ ਦੱਸਣ ਦੀ ਲੋੜ ਨਹੀਂ, ਸ਼ੁਰੂ 'ਚ ਦੱਸਿਆ ਕਰੋ। ਸ਼ੁਰੂ ਕਰ ਦਿੱਤੀ ਹੋਈ ਹੈ। ਥੈਂਕ ਯੂ ਸਰ, ਥੈਂਕ ਯੂ ਸਰ। ਮੈਂ ਲੋਕਲ ਡਿਸਕ ਦੇ ਵਿੱਚ ਬੈਠਾ, ਉਸ ਤੋਂ ਬਾਅਦ ਮੈਂ CP ਕੰਪੋਜ਼ ਵਾਲੇ ਫੋਲਡਰ ਦੇ ਉੱਤੇ ਡਬਲ ਕਲਿੱਕ ਕਰਦਾ। ਉੱਤੇ ਦੇਖੋ ਪਾਥ ਦੇਖੋ ਕਿ this PC, ਫਿਰ ਲੋਕਲ ਡਿਸਕ ਵਿੱਚ ਚਲੇ ਗਏ, ਫਿਰ CP ਕੰਪੋਜ਼ ਵਿੱਚ ਚਲੇ ਗਏ। ਸ਼ਾਇਦ ਇਹ ਆਪਾਂ ਜਿਹੜਾ ਵਿੰਡੋਜ਼ ਐਕਸਪਲੋਰਰ ਹੈ ਉਹਦੇ ਵਿੱਚ ਪਹਿਲਾਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ, ਪਰ ਜਦੋਂ ਹੁਣ ਅਸੀਂ DOS 'ਤੇ ਕੰਮ ਕਰਨ ਲੱਗੇ ਹਾਂ ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖੋ। ਹੁਣ ਅਸੀਂ ਇੱਕ ਖਾਸ ਫੋਲਡਰ ਵਿੱਚ ਬੈਠੇ ਹਾਂ ਜਿਹਦਾ ਨਾਮ ਹੈ CP ਕੰਪੋਜ਼। CP ਕੰਪੋਜ਼ 'ਚ ਅੱਗੇ ਫਾਈਲਾਂ ਤੇ ਫੋਲਡਰ ਹੋਰ ਵੀ ਨੇ। ਇਹਦੇ ਤੋਂ ਵਾਪਸ ਆਉਣਾ ਹੋਵੇ ਤੇ ਅਸੀਂ ਸਿਰਫ ਇਸ ਬਟਨ ਨੂੰ ਦਬਦੇ ਹਾਂ, ਬੈਕ ਵਾਲੇ ਨੂੰ। ਓਕੇ ਨਾ, ਸਾਡੇ ਕੋਲ ਇੱਥੇ C ਨਜ਼ਰ ਆ ਰਿਹਾ, ਠੀਕ ਹੈ ਜੀ। C ਤੋਂ C ਡਰਾਈਵ ਦੇ ਵਿੱਚ ਮੈਂ ਕੋਈ ਵੀ ਇੱਕ ਫੋਲਡਰ ਬਣਾਉਣਾ ਚਾਹੁੰਦਾ। C ਡਰਾਈਵ ਦੇ ਵਿੱਚ ਇੱਕ ਫੋਲਡਰ ਬਣਾਉਣਾ ਚਾਹੁੰਦਾ। ਜੇ C ਡਰਾਈਵ ਦੇ ਵਿੱਚ ਵਿੰਡੋਜ਼ ਵਾਲੇ ਪਾਸੇ ਮੈਂ ਫੋਲਡਰ ਬਣਾਉਣਾ ਹੋਵੇ ਤਾਂ ਬਹੁਤ ਸੌਖਾ ਸੀ। C ਡਰਾਈਵ ਖੋਲ੍ਹ ਲੈਂਦੇ ਹੁੰਦੇ ਆ ਔਰ ਰਾਈਟ ਕਲਿੱਕ ਕਰਕੇ ਨਿਊ ਦੇ ਉੱਤੇ ਜਾ ਕੇ ਅਸੀਂ ਫੋਲਡਰ ਬਣਾ ਲੈਂਦੇ ਆ। ਪਰ ਫਿਲਹਾਲ ਮੈਂ ਕਮਾਂਡ ਪ੍ਰੋਮਪਟ ਦੇ ਉੱਤੇ ਯਾਨੀ ਕਿ DOS ਦੇ ਵਿੱਚ ਜਾ ਕੇ C ਦੇ ਵਿੱਚ ਇੱਕ ਫੋਲਡਰ ਬਣਾਉਣ ਲੱਗਿਆ। ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਹੈ ਕਿ ਜਦੋਂ ਅਸੀਂ DOS ਦੀ ਗੱਲ ਕਰਨੀ ਹੈ ਤਾਂ DOS ਦੇ ਵਿੱਚ ਜਿਹੜੇ ਫੋਲਡਰ ਨੇ ਉਹਨਾਂ ਨੂੰ ਅਸੀਂ ਡਾਇਰੈਕਟਰੀ ਕਹਿੰਦੇ ਹੁੰਦੇ ਆ। ਜਿਹੜੇ ਫੋਲਡਰ ਨੇ ਉਹਨਾਂ ਨੂੰ ਅਸੀਂ ਡਾਇਰੈਕਟਰੀ ਕਹਿੰਦੇ ਆ। ਇਸ ਗੱਲ ਦਾ ਖਾਸ ਧਿਆਨ ਰੱਖਣਾ। ਸੋ ਅਸੀਂ ਇੱਥੇ ਡਾਇਰੈਕਟਰੀ ਬਣਾਉਣੀ ਹੈ, ਯਾਨੀ ਕਿ ਮੇਕ ਡਾਇਰੈਕਟਰੀ ਨਾਂ ਦੀ ਇੱਕ ਕਮਾਂਡ ਹੁੰਦੀ ਹੈ DOS ਦੇ ਵਿੱਚ, ਉਹਦਾ ਇਸਤੇਮਾਲ ਕਰਨਾ। ਮੇਕ ਡਾਇਰੈਕਟਰੀ ਮੀਨਜ਼ MC, ਮੇਕ MD, ਮੇਕ ਡਾਇਰੈਕਟਰੀ। ਸੋ ਮੇਕ ਡਾਇਰੈਕਟਰੀ ਅਸੀਂ ਕਮਾਂਡ ਲਈ ਬੈਠੇ, ਅਸੀਂ C ਦੇ ਵਿੱਚ ਆ। ਹੁਣ ਅਸੀਂ ਇੱਕ ਫੋਲਡਰ ਬਣਾਉਣਾ ਚਾਹੁੰਦੇ ਹਾਂ, ਇੱਕ ਡਾਇਰੈਕਟਰੀ ਬਣਾਉਣਾ ਚਾਹੁੰਦੇ ਹਾਂ C ਦੇ ਵਿੱਚ, ਜਿਹਦਾ ਨਾਮ ਹੋਵੇ PCHC, ਠੀਕ ਹੈ ਜੀ। ਤਾਂ PCHC ਦਾ ਇੱਕ ਫੋਲਡਰ ਅਸੀਂ C ਡਾਇਰੈਕਟਰੀ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ। ਉਹਦੇ ਲਈ ਮੈਂ ਕਮਾਂਡ ਲਿਖੀ ਮੇਕ ਡਾਇਰੈਕਟਰੀ ਯਾਨੀ ਕਿ MD PCHC, ਐਂਟਰ ਮਾਰਿਆ ਤਾਂ ਸਾਡੇ ਕੋਲ ਇੱਕ PCHC ਨਾਂ ਦਾ ਫੋਲਡਰ ਜਿਹੜਾ ਉਹ C ਦੇ ਵਿੱਚ ਬਣਿਆ ਹੋਇਆ ਸਾਨੂੰ ਨਜ਼ਰ ਆਏਗਾ। ਮੈਂ ਤੁਹਾਨੂੰ ਲੈ ਚੱਲਦਾ ਵਿੰਡੋਜ਼ ਵਾਲੇ ਪਾਸੇ। ਇਹ ਸੱਜੇ ਹੱਥ ਵਿੰਡੋਜ਼ ਦੇ ਵਿੱਚ ਇਹ ਦੇਖੋ PCHC, ਇੱਕ ਨਵਾਂ ਫੋਲਡਰ C ਡਰਾਈਵ ਦੇ ਵਿੱਚ ਸਾਡੇ ਕੋਲ ਬਣਿਆ ਹੋਇਆ ਨਜ਼ਰ ਆ ਰਿਹਾ। ਮੈਂ ਹੁਣ ਕੀ ਕਰਦਾ, ਇਹ ਜਿਹੜਾ PCHC ਹੈ ਵਿੰਡੋਜ਼ ਵਾਲੇ ਪਾਸੇ ਹੀ, ਇਸ ਨੂੰ ਮੈਂ ਖੋਲ੍ਹ ਲੈਣਾ। ਖੋਲ੍ਹ ਕੇ ਇਹਦੇ ਵਿੱਚ ਇੱਕ ਫਾਈਲ ਬਣਾ ਲੈਣਾ ਮੈਂ, ਔਰ ਉਸ ਨੂੰ ਚੈੱਕ ਕਰਾਂਗਾ ਮੈਂ DOS ਵਿੱਚ ਜਾ ਕੇ। ਇਸ ਫਾਈਲ ਜਿਹੜੀ ਫਾਈਲ ਮੈਂ ਬਣਾ ਰਿਹਾ ਇਹ ਵਰਡ ਦੀ ਫਾਈਲ ਹੈ। ਇਹਦਾ ਮੈਂ ਨਾਮ ਰੱਖ ਦੇਣਾ ABC, ABC.docs,
ਠੀਕ ਹੈ ਜੀ। ਇਹ ਮੇਰੇ ਕੋਲ ਇੱਕ ਫਾਈਲ ਹੈ ਜਿਹੜੀ ਕਿ C ਡਰਾਈਵ ਦੇ ਵਿੱਚ ਪਈ ਹੈ, ਇੱਕ ਫੋਲਡਰ ਹੈ PCHC ਉਹਦੇ ਵਿੱਚ ਪਈ ਹੈ। ਮੈਂ ਜਿਵੇਂ ਹੀ DOS ਵਾਲੇ ਪਾਸੇ ਗਿਆ, DOS ਵਾਲੇ ਪਾਸੇ ਮੈਂ ਇਹ ਚੈੱਕ ਕਰਨਾ ਚਾਹਾਂ ਕਿ ਜਿਹੜਾ PCHC ਫੋਲਡਰ ਹੈ ਉਹਦੇ ਵਿੱਚ ਕੀ ਕੁਝ ਹੈ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਨੂੰ PCHC ਦੇ ਵਿੱਚ ਜਾਣਾ ਪਊਗਾ, ਮਤਲਬ ਡਾਇਰੈਕਟਰੀ ਬਦਲਣੀ ਪਏਗੀ। C ਦੇ ਰੂਟ ਤੇ ਬੈਠਾ ਤੇ ਡਾਇਰੈਕਟਰੀ ਬਦਲ ਕੇ ਮੈਨੂੰ ਹੁਣ PCHC ਦੇ ਵਿੱਚ ਵੜਨਾ ਪੈਣਾ ਹੈ। ਤੋ ਚੇਂਜ ਡਾਇਰੈਕਟਰੀ ਦੇ ਲਈ CD ਕਮਾਂਡ ਦਾ ਇਸਤੇਮਾਲ ਹੁੰਦਾ ਹੈ। CD ਤੋਂ ਬਾਅਦ ਅਸੀਂ ਕਿਹੜੇ ਫੋਲਡਰ ਦੇ ਵਿੱਚ, ਕਿਹੜੀ ਨਵੀਂ ਡਾਇਰੈਕਟਰੀ ਦੇ ਵਿੱਚ ਜਾਣਾ ਚਾਹੁੰਦੇ ਹਾਂ, PCHC। ਸੋ ਹੁਣ ਮੈਂ ਡਾਇਰੈਕਟਰੀ ਚੇਂਜ ਕਰਕੇ PCHC ਦੇ ਵਿੱਚ ਚਲ ਗਿਆ। ਹੁਣ ਇਹਦੇ ਵਿੱਚ ਮੈਂ ਦੇਖਣਾ ਚਾਹੁੰਦਾ ਕਿ PCHC ਦੇ ਵਿੱਚ ਉਹ ਫਾਈਲ ਜਿਹੜੀ ਮੈਂ ਵਿੰਡੋਜ਼ ਦੇ ਵਿੱਚ ਜਾ ਕੇ ABC ਵਾਲੀ ਫਾਈਲ ਜਿਹੜੀ ਵਰਡ ਦੀ ਸੀ, ਉਹ ਜਿਹੜੀ ਬਣਾਈ ਸੀ, ਉਹ ਇੱਥੇ ਨਜ਼ਰ ਆ ਰਹੀ ਹੈ ਕਿ ਨਹੀਂ। PCHC ਦੇ ਵਿੱਚ ਜਾ ਕੇ ਮੈਂ ਇਹਦੀ ਡਾਇਰੈਕਟਰੀ ਵੇਖ ਲਾਂਗਾ, dir ਐਂਟਰ, ਤੇ ਤੁਸੀਂ ਦੇਖੋਗੇ ਐਂਟਰ ਮਾਰਨ ਤੋਂ ਬਾਅਦ ਇਹ ਸਾਡੇ ਕੋਲ ਫਾਈਲ ਜਿਹੜੀ ਨਵੀਂ ਅਸੀਂ ABC ਵਾਲੀ ਬਣਾਈ ਸੀ, ਇਹ ਦੇਖੋ ਇਹ ਪਈ ਹੈ abc.docs। ਸੋ ਬਹੁਤ ਸੌਖਾ ਹੈ, ਕਮਾਂਡਸ ਬੜੀਆਂ ਡਿਟੇਲ ਦੇ ਵਿੱਚ ਨੇ, ਪਰ ਅਸੀਂ ਸਾਰੀਆਂ ਕਮਾਂਡਸ ਨਹੀਂ ਕਰਨੀਆਂ ਜਿਹੜੀਆਂ ਸਾਡੇ ਸਿਲੇਬਸ ਵਿੱਚ ਨੇ, ਬਿਲਕੁਲ ਸਿੰਪਲ ਨੇ। ਅਸੀਂ ਇੱਕ ਡਾਇਰੈਕਟਰੀ ਬਣਾਈ, ਯਾਨੀ ਕਿ ਇੱਕ ਫੋਲਡਰ ਬਣਾਇਆ ਨਵਾਂ, ਉਸ ਫੋਲਡਰ ਦੇ ਵਿੱਚ ਇੱਕ ਨਵੀਂ ਫਾਈਲ ਬਣਾਈ, ਉਸ ਫਾਈਲ ਨੂੰ ਅਸੀਂ ਵੇਖਿਆ, ਵੇਖਣ ਦੇ ਲਈ ਅਸੀਂ ਡਾਇਰੈਕਟਰੀ ਕਮਾਂਡ ਦਿੱਤੀ। ਡਾਇਰੈਕਟਰੀ ਕਮਾਂਡ ਦੇ ਰਾਹੀਂ ਸਾਰੀ ਡਾਇਰੈਕਟਰੀ ਦੇ ਵਿੱਚ ਜਿੰਨੇ ਵੀ ਕੰਟੈਂਟ ਨੇ, ਫਾਈਲਾਂ ਨੇ ਜਾਂ ਫੋਲਡਰ ਨੇ, ਉਹ ਨਜ਼ਰ ਆਉਣ ਲੱਗ ਪਏ। ਫਿਲਹਾਲ ਉੱਪਰ ਜਿਹੜੀਆਂ ਦੋ ਡਾਇਰੈਕਟਰੀਜ਼ ਨਜ਼ਰ ਆ ਰਹੀਆਂ ਨੇ, ਜਿਹਨੂੰ ਅਸੀਂ ਦੋ ਫੋਲਡਰ ਕਵਾਂਗੇ, ਉਹ DOS ਨੇ ਆਪਣੇ ਵੱਲੋਂ ਬਣਾਏ ਹੋਏ ਨੇ, ਇਹ ਸਾਡੇ ਨਹੀਂ ਕੰਮ ਦੇ, ਇਹ ਉਹਨੇ ਆਪ ਬਣਾਏ ਨੇ। ਇਹ ਤੀਜੀ ਜਿਹੜੀ ਨੰਬਰ ਤੇ ਹੈ, ਇਹ ਡਾਇਰੈਕਟਰੀ ਨਹੀਂ ਹੈ, ਇਹ ਫਾਈਲ ਹੈ। ਠੀਕ ਹੈ ਜੀ। ਸੋ ਇਹ ਅਸੀਂ PCHC ਦੇ ਵਿੱਚ ਜਾ ਕੇ ABC ਨਾਂ ਦੀ ਫਾਈਲ ਬਣਾਈ ਹੈ, ਜਿਹੜੀ ਕਿ ਇੱਥੇ ਵੀ ਅਸੀਂ ਦੇਖ ਸਕਦੇ ਹਾਂ। ABC ਨਾਂ ਦੀ ਫਾਈਲ PCHC ਦੇ ਵਿੱਚ ਬਣੀ ਹੋਈ ਹੈ। ਮੈਂ ਹੁਣ ਇੱਕ ਕਮਾਂਡ ਲੈਣਾ ਜਿਹਦੇ ਰਾਹੀਂ ABC ਦਾ ਨਾਮ ਬਦਲ ਲੈਣਾ। ਵਿੰਡੋਜ਼ ਦੇ ਵਿੱਚ ਤਾਂ ਬਿਲਕੁਲ ਸੌਖਾ ਸੀ, ਰਾਈਟ ਕਲਿੱਕ ਕੀਤਾ ਔਰ ਇੱਕ ਕਮਾਂਡ ਹੁੰਦੀ ਸਾਡੇ ਕੋਲ ਰੀਨੇਮ ਲੈ ਕੇ ਅਸੀਂ ਇਹਦਾ ਨਾਮ ਬਦਲ ਸਕਦੇ ਹਾਂ, ABC ਦੀ ਥਾਂ ਤੇ ਕੁਝ ਵੀ ਰੱਖ ਸਕਦੇ ਹਾਂ। ਪਰ ਜੇ DOS ਦੇ ਵਿੱਚ ਜਾ ਕੇ ਇਹੀ ABC ਵਾਲੀ ਜਿਹੜੀ ਫਾਈਲ ਹੈ ਉਹਦਾ ਨਾਮ ਚੇਂਜ ਕਰਨਾ ਹੋਵੇ, ਤਾਂ ਸਾਡੇ ਕੋਲ ਇੱਥੇ ਕਮਾਂਡ ਹੁੰਦੀ ਹੈ REN, ਯਾਨੀ ਕਿ ਰੀਨੇਮ। ਸੋ REN ਪਾ ਕੇ ਪਹਿਲਾਂ ਅਸੀਂ ਪਾਉਣਾ ਹੈ 올ਡ ਨੇਮ, ਫਿਰ ਅਸੀਂ ਪਾਉਣਾ ਹੈ ਨਿਊ ਨੇਮ। 올ਡ ਨੇਮ ਇਹਦਾ ਹੈਗਾ ਜੀ abc.docx। ਪੂਰਾ ਐਕਸਟੈਂਸ਼ਨ ਨੇਮ ਵੀ ਲਿਖਣਾ ਪਏਗਾ। ਜੇ ਤੁਸੀਂ ਇਕੱਲਾ ABC ਲਿਖ ਦਿਓਗੇ ਤਾਂ ਇਹ ਕੰਮ ਨਹੀਂ ਕਰੇਗੀ ਕਮਾਂਡ, ਤੁਹਾਨੂੰ ਉਸ ਫਾਈਲ ਦੀ ਐਕਸਟੈਂਸ਼ਨ ਵੀ ਲਿਖਣੀ ਪਏਗੀ। ਡੌਕ ਹੈ ਤਾਂ ਡੌਕ ਲਿਖਣੀ ਪਏਗੀ, ਡੌਕਸ ਹੈ ਤਾਂ ਡੌਕਸ ਲਿਖਣੀ ਪੈਣੀ ਹੈ। ਫਿਲਹਾਲ ਅਸੀਂ 올ਡ ਨੇਮ ਲਿਖ ਲਿਆ। ਹੁਣ ਇਹਨੂੰ ਕਿਹੜੇ ਨਾਮ ਨਾਲ ਚੇਂਜ ਕਰਨਾ ਹੈ, ਮੈਂ ਮੰਨ ਲਵੋ XYZ ਦੇ ਨਾਲ ਚੇਂਜ ਕਰਨਾ ਹੈ, ਤੇ ਇਹਦੇ ਨਾਲ ਵੀ DOCX ਲਿਖਣਾ ਪੈਣਾ ਹੈ। ਸੋ ਮੈਂ ਕਮਾਂਡ ਲਿਖੀ ren, ਯਾਨੀ ਕਿ ਰੀਨੇਮ abc.docs xyz.docs। ਕੀ ਹੋਏਗਾ ਕਿ ਜਿਹੜੀ ਤੁਸੀਂ ਫਾਈਲ ABC ਨਾਂ ਦੀ ਬਣਾਈ ਹੋਈ ਸੀ, ਉਹ ਬਦਲ ਜਾਏਗੀ XYZ ਦੇ ਵਿੱਚ। ਐਂਟਰ ਮਾਰਿਆ ਤਾਂ ਅਸੀਂ ਹੁਣ ਜਾ ਕੇ ਉਧਰ ਚੈੱਕ ਕਰਦੇ ਹਾਂ ਕਿ ABC ਵਾਲੀ ਫਾਈਲ ਬਦਲ ਗਈ ਹੈ ਕਿ ਨਹੀਂ ਬਦਲੀ। ਇਹ ਦੇਖੋ ਧਿਆਨ ਨਾਲ, ਇਹਦਾ ਨਾਮ XYZ ਬਣ ਚੁੱਕਿਆ ਹੈ, ਯਾਨੀ ਕਿ ਰੀਨੇਮ ਹੋ ਚੁੱਕਿਆ ਹੈ। ਹੁਣ ਮੈਂ ਕੀ ਕਰਦਾ, ਜਿਹੜੀ ਇਹ ਫਾਈਲ XYZ ਸਾਡੇ ਕੋਲ ਬਣ ਗਈ, ਇਸ ਫਾਈਲ ਨੂੰ ਮੈਂ ਕਾਪੀ ਕਰਕੇ ਕਿਸੇ ਹੋਰ ਡਰਾਈਵ ਦੇ ਵਿੱਚ ਲਿਜਾਣਾ ਚਾਹੁੰਦਾ। ਹੋਰ ਡਰਾਈਵਸ ਕਿਹੜੀਆਂ ਨੇ, ਮੈਂ ਇੱਥੇ D ਡਰਾਈਵ ਪਾ ਰਿਹਾ ਸੀ, ਪਹਿਲਾਂ ਤੁਸੀਂ ਦੇਖ ਰਹੇ ਸੀ, ਉਹ ਚੱਲ ਨਹੀਂ ਰਹੀ ਸੀ ਮੇਰੇ ਕੋਲ ਕਮਾਂਡ। ਕਿਉਂ ਨਹੀਂ ਚੱਲ ਰਹੀ ਸੀ? ਕਿਉਂਕਿ ਮੇਰੇ ਕੰਪਿਊਟਰ ਦੇ ਵਿੱਚ D ਡਰਾਈਵ ਹੈ ਹੀ ਨਹੀਂ। E ਔਰ F G, ਮੇਰੇ ਕੋਲ D ਡਰਾਈਵ ਦਾ ਲੇਬਲ ਕੋਈ ਨਹੀਂ ਹੈ, ਇਸ ਕਰਕੇ D ਦੇ ਵਿੱਚ ਨਹੀਂ ਜਾ ਰਿਹਾ ਸੀ। ਤੁਸੀਂ ਤੁਹਾਡੇ ਕੰਪਿਊਟਰ ਦੇ ਵਿੱਚ D ਹੋਏਗੀ, ਤੁਸੀਂ ਜਾ ਸਕਦੇ ਹੋ। ਫਿਲਹਾਲ ਮੈਂ ਕੀ ਚਾਹੁੰਦਾ ਕਿ ਆਹ ਜਿਹੜੀ ਫਾਈਲ XYZ ਹੈ, ਇਸ ਫਾਈਲ ਨੂੰ ਮੈਂ ਕਾਪੀ ਕਰਨਾ ਚਾਹੁੰਦਾ ਕਿਸੇ ਹੋਰ ਡਰਾਈਵ ਦੇ ਵਿੱਚ। ਮੰਨ ਲਓ ਮੈਂ E ਦੇ ਵਿੱਚ ਕਰਨਾ ਚਾਹੁੰਦਾ, ਤਾਂ E ਦੇ ਵਿੱਚ ਕਾਪੀ ਕਰਨ ਦੇ ਲਈ ਮੈਂ ਕੀ ਕਰਾਂਗਾ, ਮੈਂ ਇੱਥੇ ਲਿਖਾਂਗਾ ਕਾਪੀ ਕਮਾਂਡ COPY। ਤੁਸੀਂ ਦੇਖ ਰਹੇ ਹੋ ਕਿ ਕਿਵੇਂ ਵਿੰਡੋਜ਼ ਦੇ ਵਿੱਚ ਕੰਮ ਕਰਨਾ ਕਿੰਨਾ ਸੌਖਾ ਸੀ, ਪਰ DOS ਦੇ ਵਿੱਚ ਸਾਨੂੰ ਕਮਾਂਡਾਂ ਯਾਦ ਰੱਖਣੀਆਂ ਪੈਂਦੀਆਂ ਨੇ। ਸੋ ਫਿਲਹਾਲ
ਮੈਂ ਸੀ ਡਰਾਈਵ ਦੇ ਵਿੱਚ PCHC ਨਾਂ ਦਾ ਫੋਲਡਰ ਹੈ, ਉਸ ਫੋਲਡਰ ਦੇ ਵਿੱਚ XYZ ਨਾਂ ਦੀ ਇੱਕ ਫਾਈਲ ਹੈ, ਉਸ ਫਾਈਲ ਨੂੰ ਕਾਪੀ ਕਰਨਾ ਚਾਹੁੰਦਾ। ਪਹਿਲਾਂ ਮੈਂ ਕਾਪੀ ਕਮਾਂਡ ਲਈ, ਹੁਣ ਮੈਂ ਫਾਈਲ ਦਾ ਨਾਮ ਲਿਖਿਆ ਜਿਹਨੂੰ ਮੈਂ ਕਾਪੀ ਕਰਨਾ ਹੈ। ਤਾਂ ਫਾਈਲ ਦਾ ਨਾਮ ਹੈ ਮੇਰੇ ਕੋਲ xyz.docx। ਇਹਨੂੰ ਮੈਂ ਕਾਪੀ ਕਰਨਾ ਚਾਹੁੰਦਾ ਜੀ ਅਗਲੀ ਡਰਾਈਵ ਦੇ ਵਿੱਚ, ਜਿਸ ਡਰਾਈਵ ਦਾ ਨਾਮ ਹੈ ਜੀ E। ਸੋ E ਡਰਾਈਵ ਦੇ ਵਿੱਚ ਮੈਂ ਇੱਥੇ E ਟਾਈਪ ਕਰਕੇ 2 ਬਿੰਦੀਆਂ ਯਾਨੀ ਕਿ ਕੋਲਨ ਟਾਈਪ ਕਰਾਂਗਾ। ਜਿਵੇਂ ਹੀ ਮੈਂ ਐਂਟਰ ਮਾਰਾਂਗਾ ਮੇਰੀ ਇਹ ਜਿਹੜੀ ਫਾਈਲ ਹੈ ਉਹ ਕਾਪੀ ਹੋ ਜਾਏਗੀ E ਡਰਾਈਵ ਦੇ ਵਿੱਚ। ਐਂਟਰ ਮਾਰਿਆ ਤੇ ਉੱਥੇ ਮੈਸੇਜ ਵੀ ਆ ਗਿਆ 1 ਫਾਈਲ ਕਾਪੀਡ। ਤੇ ਆਪਾਂ ਚੈੱਕ ਵੀ ਕਰ ਲੈਂਦੇ ਹਾਂ ਵਿੰਡੋਜ਼ ਵਾਲੇ ਪਾਸੇ ਕਿ ਇੱਕ ਫਾਈਲ ਜਿਹੜੀ ਹੈ ਉਹ E ਡਰਾਈਵ ਦੇ ਵਿੱਚ ਕਾਪੀ ਹੋਈ ਹੈ ਕਿ ਨਹੀਂ ਹੋਈ ਹੈ। ਇਹ E ਡਰਾਈਵ ਹੈ ਮੀਡੀਆ ਵਾਲੀ। ਕਲਿੱਕ ਕੀਤਾ ਔਰ ਅਸੀਂ ਇੱਥੇ ਜਾ ਕੇ ਦੇਖਿਆ, ਇਹ ਦੇਖੋ ਕਾਪੀ ਹੋ ਗਈ XYZ। ਸੋ ਇਹ ਫਾਈਲ ਇੱਥੇ ਕਾਪੀ ਹੋ ਗਈ। ਸੋ ਇਸੇ ਤਰ੍ਹਾਂ ਅਸੀਂ ਜੇ ਇੱਥੋਂ ਫਾਈਲ ਜਿਹੜੀ ਹੈ ਮੂਵ ਕਰਨੀ ਹੋਵੇ, ਕਾਪੀ ਦੀ ਥਾਂ ਤੇ ਕੱਟ ਕਰਨੀ ਹੋਵੇ, ਤਾਂ ਵਿੰਡੋਜ਼ ਦੇ ਵਿੱਚ ਤਾਂ ਬਹੁਤ ਸੌਖਾ ਸੀ। Ctrl+C ਦੇ ਨਾਲ ਕਾਪੀ, Ctrl+X ਦੇ ਨਾਲ ਕੱਟ, ਔਰ ਉੱਥੇ ਜਾ ਕੇ ਪੇਸਟ ਕਰ ਲੈਂਦੇ ਸੀ Ctrl+V ਨਾਲ। ਪਰ DOS ਦੇ ਵਿੱਚ ਸਾਨੂੰ ਕਮਾਂਡ ਯਾਦ ਹੋਣੀ ਚਾਹੀਦੀ ਹੈ। ਇੱਥੇ ਜੇ ਅਸੀਂ ਕਾਪੀ ਦੀ ਥਾਂ ਤੇ ਕੱਟ ਕਰਨਾ ਹੈ ਤਾਂ ਉਹਦੇ ਲਈ ਅਸੀਂ ਕਮਾਂਡ ਯੂਜ਼ ਕਰਾਂਗੇ ਮੂਵ ਲਿਖ ਕੇ ਫਾਈਲ ਦਾ ਨਾਮ xyz.docx। ਕਿੱਥੇ ਤੁਸੀਂ ਇਸ ਕਮਾਂਡ ਨੂੰ ਮੂਵ ਕਰਕੇ, ਇਸ ਫਾਈਲ ਨੂੰ ਮੂਵ ਕਰਕੇ ਕਿੱਥੇ ਲੈ ਕੇ ਜਾਣਾ ਚਾਹੁੰਦੇ ਹੋ। ਮੈਂ ਮੰਨ ਲਵੋ ਇਸ ਨੂੰ F ਡਰਾਈਵ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ, ਤਾਂ ਕੀ ਹੋਏਗਾ ਕਿ ਜਿਹੜੀ ਸਾਡੇ ਕੋਲ PCHC ਵਾਲਾ ਫੋਲਡਰ ਹੈ ਉਹ ਖਾਲੀ ਹੋ ਜਾਏਗਾ। ਉੱਥੋਂ ਜਿਹੜੀ XYZ ਫਾਈਲ ਹੈ ਉਹ ਮੂਵ ਹੋ ਕੇ F ਡਰਾਈਵ ਦੇ ਵਿੱਚ ਚਲੀ ਜਾਏਗੀ। ਪਹਿਲਾਂ ਅਸੀਂ ਕਾਪੀ ਕੀਤੀ ਸੀ, ਸੇਮ ਫਾਈਲ ਬਣਾਈ ਸੀ E ਦੇ ਵਿੱਚ, ਹੁਣ ਅਸੀਂ F ਦੇ ਵਿੱਚ ਇਹਨੂੰ ਮੂਵ ਕਰਨ ਲੱਗੇ ਹਾਂ, ਯਾਨੀ ਕਿ ਕੱਟ ਕਰਨ ਲੱਗੇ ਹਾਂ। ਜਿਵੇਂ ਮੈਂ ਐਂਟਰ ਮਾਰਿਆ ਤਾਂ ਇੱਕ ਫਾਈਲ ਮੂਵਡ ਹੋ ਗਈ। ਤਾਂ ਆਪਾਂ 2 ਟਿਕਾਣੇ ਜਾ ਕੇ ਦੇਖਦੇ ਹਾਂ ਕਿ C ਦੇ PCHC ਵਾਲੇ ਫੋਲਡਰ ਵਿੱਚ ਉਹ ਫਾਈਲ ਪਈ ਹੈ ਕਿ ਨਹੀਂ ਪਈ। ਇਹ ਦੇਖੋ PCHC ਵਾਲਾ ਇੱਕ ਫੋਲਡਰ ਬਣਾਇਆ ਸੀ ਆਪਾਂ, ਡਬਲ ਕਲਿੱਕ ਕੀਤਾ, ਇੱਥੋਂ ਫਾਈਲ ਉਹ ਚਲੀ ਗਈ ਕਿਉਂਕਿ ਮੂਵ ਹੋ ਗਈ ਹੈ। ਤੇ ਕਿੱਥੇ ਮੂਵ ਕੀਤੀ ਸੀ? F ਦੇ ਵਿੱਚ। ਤੇ F ਵਿੱਚ ਜਾ ਕੇ ਦੇਖਿਆ, ਇਹ ਦੇਖੋ XYZ ਨਾਂ ਦੀ ਫਾਈਲ ਇੱਥੇ ਆ ਕੇ ਮੂਵ ਹੋ ਗਈ ਹੈ, ਕੱਟ ਹੋ ਕੇ ਆਈ ਹੈ। ਵਿੰਡੋਜ਼ ਦੇ ਵਿੱਚ ਅਸੀਂ ਇਹਨੂੰ ਦੁਬਾਰਾ ਲਿਜਾਣਾ ਹੋਵੇ ਤਾਂ ਬਹੁਤ ਸੌਖਾ ਹੈ। ਇੱਥੇ ਜਾ ਕੇ ਅਸੀਂ ਕੱਟ ਕਮਾਂਡ ਲੈਂਦੇ ਹਾਂ ਔਰ ਦੁਬਾਰਾ C ਦੇ ਵਿੱਚ ਮੈਂ ਉੱਥੇ ਫਿਰ ਉਹ ਫਾਈਲ ਪਾ ਰਿਹਾ PCHC ਦੇ ਵਿੱਚ ਜਾ ਕੇ ਪੇਸਟ ਕਮਾਂਡ ਲਈ। ਔਰ ਬਹੁਤ ਈਜ਼ੀ ਹੈ ਵਿੰਡੋਜ਼ ਦੇ ਵਿੱਚ ਕੰਮ ਕਰਨਾ। ਇਹ ਸਨ ਸਾਡੇ ਕੋਲ ਕੁਝ ਕਮਾਂਡਸ MD CD ਡਾਟ। ਕੁਝ ਕਮਾਂਡ ਸਾਡੇ ਕੋਲ ਹੋਰ ਨੇ ਜਿਨ੍ਹਾਂ ਦੀ ਅਸੀਂ ਅੱਗੇ ਚਰਚਾ ਕਰਾਂਗੇ। ਇੱਕ ਅੱਧੀ ਕਮਾਂਡ ਹੀ ਬਚੀ ਹੈ ਜਿਹੜੀ ਕਿ ਡਿਲੀਟ ਕਰਨ ਦੇ ਨਾਲ ਸੰਬੰਧਿਤ ਹੈ। ਡਿਲੀਟ ਕਰਨ ਦੇ ਨਾਲ ਸੰਬੰਧਿਤ ਸਾਡੇ ਕੋਲ 2 ਕਮਾਂਡਸ ਨੇ। ਇੱਕ ਸਾਡੇ ਕੋਲ RD ਹੈ। RD ਦੀ ਵਰਤੋਂ ਅਸੀਂ ਡਾਇਰੈਕਟਰੀ ਨੂੰ ਰਿਮੂਵ ਕਰਨ ਲਈ ਕਰਦੇ ਹਾਂ। ਦੂਸਰੀ ਸਾਡੇ ਕੋਲ del ਕਮਾਂਡ ਹੈ। ਆਹ ਸਾਡੇ ਕੋਲ PCHC ਹੈ। PCHC ਦੇ ਵਿੱਚ XYZ ਸਾਡੇ ਕੋਲ ਇੱਕ ਫਾਈਲ ਹੈ। ਜੇ ਇਸ ਫਾਈਲ ਨੂੰ ਅਸੀਂ DOS ਵਾਲੇ ਪਾਸੇ ਜਾ ਕੇ ਡਿਲੀਟ ਕਰਨਾ ਹੋਵੇ, DOS ਦੇ ਵਿੱਚ ਜਾ ਕੇ ਇਸ ਨੂੰ ਅਸੀਂ ਡਿਲੀਟ ਕਰਨਾ ਹੋਵੇ, ਤਾਂ ਅਸੀਂ ਇੱਥੇ ਕਮਾਂਡ ਲਵਾਂਗੇ del ਪਾ ਕੇ ਅਸੀਂ ਫਾਈਲ ਦਾ ਨਾਮ ਲਿਖਾਂਗੇ। ਫਾਈਲ ਦਾ ਨਾਮ ਸੀਗਾ ਸਾਡੇ ਕੋਲ xyz.docx। ਸੋ ਇਹ ਕਮਾਂਡ del ਕਮਾਂਡ ਦੇਣ ਦੇ ਨਾਲ, ਡਿਲੀਟ ਕਮਾਂਡ ਦੇਣ ਦੇ ਨਾਲ XYZ ਨਾਂ ਦੀ ਫਾਈਲ ਜਿਹੜੀ ਕਿ docs ਐਕਸਟੈਂਸ਼ਨ ਵਾਲੀ ਫਾਈਲ ਹੈ, ਜਿਹੜੀ ਕਿ MS Word ਦੀ ਫਾਈਲ ਹੈ, ਨਵੇਂ ਵਰਜ਼ਨ ਦੀ ਫਾਈਲ ਹੈ, ਉਹ ਡਿਲੀਟ ਹੋ ਜਾਏਗੀ। ਐਂਟਰ ਮਾਰਿਆ ਤਾਂ ਇੱਕ ਫਾਈਲ ਡਿਲੀਟ ਹੋ ਗਈ। ਚੈੱਕ ਕਰ ਸਕਦੇ ਹਾਂ ਜਾ ਕੇ PCHC ਦੇ ਵਿੱਚ ਜਾ ਕੇ ਕਿ ਇਹ ਫਾਈਲ ਇੱਥੋਂ ਡਿਲੀਟ ਹੋ ਚੁੱਕੀ ਹੈ, ਪਹਿਲਾਂ ਇੱਥੇ ਸੀਗੀ। ਹੁਣ ਸਾਡੇ ਕੋਲ ਜਿਹੜੀ ਅਗਲੀ ਕਮਾਂਡ ਹੈ RD, ਯਾਨੀ ਕਿ ਰਿਮੂਵ ਡਾਇਰੈਕਟਰੀ। ਜਦੋਂ ਤੁਸੀਂ ਕਿਸੇ ਡਾਇਰੈਕਟਰੀ ਨੂੰ ਰਿਮੂਵ ਕਰਨਾ ਹੈ ਤੇ ਯਾਦ ਰੱਖਣਾ ਹੈ ਉਸ ਡਾਇਰੈਕਟਰੀ ਦਾ ਖਾਲੀ ਹੋਣਾ ਬਹੁਤ ਜ਼ਰੂਰੀ ਹੈ। ਡਾਇਰੈਕਟਰੀ ਦਾ ਇੱਥੇ ਮਤਲਬ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਉਹਦਾ ਮਤਲਬ ਫੋਲਡਰ ਹੁੰਦਾ ਹੈ। ਸੋ ਇੱਥੇ ਜਿਵੇਂ PCHC ਵਾਲਾ ਫੋਲਡਰ ਖਾਲੀ ਹੈ, ਹੁਣ PCHC ਵਾਲੀ ਜਿਹੜੀ ਇਹ ਫੋਲਡਰ ਹੈ ਉਹਨੂੰ ਵੀ ਅਸੀਂ ਡਿਲੀਟ ਕਰ ਸਕਦੇ ਹਾਂ। ਸੋ ਜੇ PCHC ਦੇ ਵਿੱਚ ਕੋਈ ਫਾਈਲ ਪਹਿਲਾਂ ਬਣੀ ਹੋਈ ਸੀਗੀ ਜਿਵੇਂ XYZ ਸੀਗੀ, ਜੇ ਉਹਨੂੰ ਅਸੀਂ ਡਿਲੀਟ ਨਾ ਕਰਦੇ ਤਾਂ ਆਹ ਵਾਲੀ ਕਮਾਂਡ ਜਿਹੜੀ ਹੈ RD ਕੰਮ ਨਹੀਂ ਦੇਣੀ ਸੀ। ਮਤਲਬ ਕੀ ਹੈ ਕਿ ਕੋਈ ਫੋਲਡਰ ਤੁਹਾਨੂੰ ਡਿਲੀਟ ਕਰਨਾ ਪਵੇ DOS ਦੇ ਵਿੱਚ, ਤਾਂ ਪਹਿਲਾਂ ਉਸ ਫੋਲਡਰ ਵਿਚਲੀਆਂ ਸਾਰੀਆਂ ਫਾਈਲਾਂ ਡਿਲੀਟ ਕਰੋਗੇ, ਫਿਰ ਫੋਲਡਰ ਨੂੰ ਡਿਲੀਟ ਕਰੋਗੇ।
ਫਾਈਲ ਡਿਲੀਟ ਕਰਨ ਲਈ ਅਸੀਂ ਡੈਲ ਕਮਾਂਡ ਵਰਤੀ ਹੈ ਤੇ ਹੁਣ ਉਸ ਫੋਲਡਰ ਨੂੰ ਡਿਲੀਟ ਕਰਨਾ ਹੈ ਤਾਂ ਅਸੀਂ rd ਵਰਤਾਂਗੇ। ਪਰ ਯਾਦ ਰੱਖੋ rd ਕਮਾਂਡ ਅਸੀਂ ਇੱਥੇ ਨਹੀਂ ਵਰਤ ਸਕਦੇ ਕਿਉਂਕਿ ਉਸੇ ਫੋਲਡਰ ਦੇ ਵਿੱਚ ਬੈਠੇ ਹਾਂ pchc ਜਿਹਨੂੰ ਅਸੀਂ ਡਿਲੀਟ ਕਰਨਾ ਹੈ। ਉਸ ਫੋਲਡਰ ਦੇ ਵਿੱਚ ਬੈਠ ਕੇ ਉਸੇ ਫੋਲਡਰ ਨੂੰ ਕਮਾਂਡ ਨਹੀਂ ਦੇ ਸਕਦੇ। ਇਹਦਾ ਮਤਲਬ ਇਹ ਹੋਇਆ ਕਿ ਇਸ ਡਾਇਰੈਕਟਰੀ ਤੋਂ ਸਾਨੂੰ ਬਾਹਰ ਜਾਣ ਲਈ cd ਡੋਟ ਟਾਈਪ ਕਰਨਾ ਪਏਗਾ। ਹੁਣ ਅਸੀਂ ਬਾਹਰ ਆ ਜਾਾਂਗੇ। ਹੁਣ ਅਸੀਂ ਜਿਹੜੀ ਹੈ ਕਮਾਂਡ rd ਟਾਈਪ ਕਰ ਸਕਦੇ ਹਾਂ rd pchc। ਸੋ ਐਂਟਰ ਮਾਰਿਆ। ਹੁਣ ਜਿਹੜੀ ਹੈ ਰਿਮੂਵ ਹੋ ਗਈ ਡਾਇਰੈਕਟਰੀ। ਕਿਹੜੀ ਡਾਇਰੈਕਟਰੀ? pchc ਜਿਹੜੀ ਕਿ C ਦੇ ਵਿੱਚ ਆਪਾਂ ਬਣਾਈ ਸੀ। ਸੋ ਦੇਖੋ ਜਾ ਕੇ C ਡਰਾਈਵ ਦੇ ਵਿੱਚ ਜਾ ਕੇ ਮੈਂ ਕਲਿੱਕ ਕੀਤਾ ਤੇ ਇੱਥੇ ਸਾਨੂੰ ਹੁਣ pchc ਨਾਂ ਦਾ ਕੋਈ ਵੀ ਫੋਲਡਰ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਸ ਨੂੰ ਮੈਂ ਰਿਮੂਵ ਕਰ ਦਿੱਤਾ ਹੈ। ਸੋ ਇਹ ਕੁਝ ਕਮਾਂਡ ਸੀਗੀਆਂ ਜਿਨ੍ਹਾਂ ਦੀ ਵਰਤੋਂ ਅਸੀਂ DOS ਦੇ ਵਿੱਚ ਕਰਨੀ ਹੈ ਔਰ ਇਹਨਾਂ ਕਮਾਂਡਸ ਦੀ ਕਿਤੇ ਵੀ ਲੋੜ ਪੈ ਸਕਦੀ ਹੈ। ਫਿਲਹਾਲ ਇਹ ਤਾਂ ਬਹੁਤ ਸਿੰਪਲ ਕਮਾਂਡ ਸੀਗੀਆਂ ਪਰ ਅਜੇ ਵੀ ਜੇ ਕੰਪਿਊਟਰ ਦਾ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਵਿੰਡੋ ਨੂੰ ਇੰਸਟਾਲ ਕਰਨਾ ਜਾਂ ਵਾਇਰਸ ਨੂੰ ਕੱਢਣਾ ਉਹਦੇ ਲਈ ਜਦੋਂ ਕੰਮ ਫਸ ਜਾਂਦਾ ਹੈ ਤਾਂ ਉਸ ਟਾਈਮ ਹਾਲਾਂ ਵੀ ਲੋਕ DOS ਕਮਾਂਡਾਂ ਦੀ ਵਰਤੋਂ ਕਰਦੇ ਨੇ। ਫਿਲਹਾਲ ਇੱਕ ਤੁਹਾਨੂੰ ਮੈਂ MS ਵਰਡ ਦੀ ਸਕਰੀਨ ਦਿਖਾਉਣ ਲੱਗਿਆ ਜਿੱਥੋਂ ਤੁਹਾਨੂੰ ਥੋੜ੍ਹਾ ਜਿਹੀ ਦੁਹਰਾਈ ਹੋ ਜਾਏਗੀ। ਤੁਹਾਡਾ ਜਿਹੜਾ ਹੈ ਇਹ ਜੋ ਕਮਾਂਡਸ ਅਸੀਂ ਕੀਤੀਆਂ ਉਹਨਾਂ ਨੂੰ ਦੁਬਾਰਾ ਦੇਖ ਲਓਗੇ। ਸਾਡੇ ਕੋਲ DOS ਜਿਹੜੀ ਹੈ CMD ਜਦੋਂ ਅਸੀਂ DOS ਨੂੰ ਖੋਲ੍ਹਣਾ ਤਾਂ ਤੁਸੀਂ ਜਿਹੜਾ ਸਾਡੇ ਕੋਲ ਵਿੰਡੋਜ਼ ਵਾਲਾ ਬਾਕਸ ਹੈ ਉਹਦੇ ਉੱਤੇ ਕਲਿੱਕ ਕਰਕੇ CMD ਟਾਈਪ ਕਰਨਾ ਹੈ। ਪਹਿਲੀ ਕਮਾਂਡ ਹੈ MD ਜਾਂ MKDIR ਦੋਨਾਂ ਵਿੱਚੋਂ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹਦਾ ਮਤਲਬ ਹੈ ਮੇਕ ਡਾਇਰੈਕਟਰੀ। MD ਮੀਨਸ ਮੇਕ ਡਾਇਰੈਕਟਰੀ ਮੀਨਸ ਕੋਈ ਫੋਲਡਰ। ਤੁਸੀਂ ਕੋਈ ਫੋਲਡਰ ਬਣਾਉਣਾ ਹੋਵੇ ਤਾਂ MD ਨਾਮ ਕਮਾਂਡ ਦੇਣੀ ਹੈ। CD ਮੀਨਸ ਚੇਂਜ ਡਾਇਰੈਕਟਰੀ। ਤੁਸੀਂ CD ਪਾ ਕੇ ਇੱਕ ਡਾਇਰੈਕਟਰੀ ਤੋਂ ਦੂਜੀ ਡਾਇਰੈਕਟਰੀ ਦੇ ਵਿੱਚ ਜਾ ਸਕਦੇ ਹੋ। ਜਿਵੇਂ ਮੈਂ ਦੁਬਾਰਾ ਤੁਹਾਨੂੰ ਦਿਖਾ ਦਿੰਦਾ ਕਿ ਮੈਂ CMD ਟਾਈਪ ਕੀਤਾ ਔਰ ਇੱਥੇ ਰਨ ਐਜ਼ ਐਡਮਿਨਿਸਟ੍ਰੇਟਰ ਕੀਤਾ ਤੇ ਇੱਥੇ ਜਾ ਕੇ ਮੈਂ ਕੀ ਕਰਦਾ ਵੱਡਾ ਕਰਕੇ ਤੁਹਾਨੂੰ ਦਿਖਾ ਦਿੰਦਾ ਔਰ ਇੱਥੇ cd ਡੋਟ ਕਰਕੇ ਵਾਪਸ ਚੱਲ ਜਾਂਦਾ ਫਿਰ cd ਡੋਟ ਕਰਕੇ ਵਾਪਸ ਚੱਲ ਗਿਆ। ਇੱਥੇ ਮੈਂ C ਤੋਂ F ਡਾਇਰੈਕਟਰੀ ਦੇ ਵਿੱਚ ਜਾਣਾ ਚਾਹੁੰਦਾ ਤਾਂ F ਪਾ ਕੇ ਕਾਲਮ ਦੱਬਿਆ F ਡਾਇਰੈਕਟਰੀ ਦੇ ਵਿੱਚ ਸਿੱਧਾ ਹੀ ਚੱਲ ਗਿਆ। ਇਵੇਂ F ਤੋਂ ਤੁਸੀਂ G ਵਿੱਚ ਜਾਣਾ ਹੈ ਤਾਂ G ਦੱਬ ਕੇ ਕਾਲਮ ਦੱਬ ਦਿਓ। CD ਦਾ ਮਤਲਬ ਹੈ ਡਾਇਰੈਕਟਰੀ ਚੇਂਜ ਕਰਨਾ। ਡਾਇਰੈਕਟਰੀ ਦਾ ਮਤਲਬ ਫੋਲਡਰ ਹੈ। ਜੇ ਡਰਾਈਵ ਚੇਂਜ ਕਰਨਾ ਹੈ ਤਾਂ ਸਿੰਪਲੀ ਤੁਸੀਂ G ਟਾਈਪ ਕਰਕੇ ਉਹਦੇ ਅੱਗੇ ਕਾਲਨ ਪਾ ਦੇਣਾ ਹੈ। ਸੋ ਇਸ ਤਰ੍ਹਾਂ ਤੁਸੀਂ ਇਹਨਾਂ ਕਮਾਂਡਸ ਦੀ ਵਰਤੋਂ ਕਰਨੀ ਹੈ। ਜੇ CD ਦੇ ਨਾਲ ਡੋਟ ਪਾਉਣਾ ਹੈ ਤਾਂ ਵਾਪਸ ਜਾਣ ਵਾਸਤੇ ਹੈ। DIR ਦਾ ਮਤਲਬ ਹੁੰਦਾ ਹੈ ਡਾਇਰੈਕਟਰੀ ਕਮਾਂਡ ਦੀ ਵਰਤੋਂ ਡਾਇਰੈਕਟਰੀ ਦੇ ਕੰਟੈਂਟ ਦੇਖਣ ਲਈ। ਡਾਇਰੈਕਟਰੀ ਮੀਨਸ ਕਿ ਜਿਹੜਾ ਫੋਲਡਰ ਹੈ ਉਸ ਫੋਲਡਰ ਦੇ ਵਿੱਚ ਕਿਹੜੀਆਂ ਫਾਈਲਾਂ ਨੇ ਉਹਨਾਂ ਦੀ ਲਿਸਟ ਦੇਖਣੀ ਹੋਵੇ ਤੇ ਅਸੀਂ DIR ਕਮਾਂਡ ਦੀ ਵਰਤੋਂ ਕਰਦੇ ਹਾਂ। ਫਿਲਹਾਲ ਅੱਗੇ ਇਹਦੀਆਂ ਬਹੁਤ ਸਾਰੇ ਐਟਰੀਬਿਊਟ ਹੁੰਦੇ ਨੇ ਜਿਵੇਂ DIR ਪਾ ਕੇ ਤੁਸੀਂ W ਲਿਖ ਦਿੰਦੇ ਹੋ ਤਾਂ ਵਿਡਥ ਵਾਈਜ਼ ਸਾਡੀ ਡਾਇਰੈਕਟਰੀ ਸਾਨੂੰ ਨਜ਼ਰ ਆ ਜਾਂਦੀ ਹੈ। ਕਈ ਵਾਰੀ ਫੋਲਡਰ ਦੇ ਵਿੱਚ ਫਾਈਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਇੱਕ ਸਕਰੀਨ 'ਤੇ ਨਜ਼ਰ ਨਹੀਂ ਆਉਂਦੀ ਤਾਂ ਤੁਸੀਂ ਡਾਇਰੈਕਟਰੀ ਦੇ ਨਾਲ P ਪਾ ਦਿਓਗੇ ਤਾਂ ਪੇਜ ਵਾਈਜ਼ ਤੁਹਾਨੂੰ ਜਿਹੜੀ ਡਾਇਰੈਕਟਰੀ ਦੇ ਕੰਟੈਂਟ ਨਜ਼ਰ ਆਉਣਗੇ। ਇਸੇ ਤਰ੍ਹਾਂ ਅਸੀਂ REN ਕਮਾਂਡ ਦੀ ਵਰਤੋਂ ਕੀਤੀ ਹੈ ਹੁਣੇ। ABC ਜਿਹੜੀ ਫਾਈਲ ਦਾ ਨਾਮ ਸੀ ਉਹਨੂੰ ਅਸੀਂ XYZ ਦੇ ਵਿੱਚ ਬਦਲਿਆ ਸੀ ਰੀਨੇਮ ਵਾਸਤੇ ਵਰਤੀ ਜਾਂਦੀ ਹੈ। ਰੀਨੇਮ ਕਮਾਂਡ ਦੀ ਜਦੋਂ ਵਰਤੋਂ ਕਰਨੀ ਹੈ ਤਾਂ REN ਲਿਖ ਕੇ ਪਹਿਲਾਂ 올ਡ ਨੇਮ ਲਿਖਣਾ ਹੈ ਫਿਰ ਨਿਊ ਨੇਮ ਲਿਖਣਾ ਹੈ। ਦੋ ਕਮਾਂਡ ਜਿਹੜੀਆਂ ਰੈੱਡ ਕਲਰ ਦੇ ਵਿੱਚ ਨੇ ਦੋਨੇ ਹੀ ਖਤਰਨਾਕ ਨੇ। ਦੋਨਾਂ ਦੀ ਵਰਤੋਂ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। RD ਦੀ ਵਰਤੋਂ ਰਿਮੂਵ ਡਾਇਰੈਕਟਰੀ ਜਦੋਂ ਕਮਾਂਡ ਉਦੋਂ ਵਰਤੀ ਜਾਂਦੀ ਜਦੋਂ ਡਾਇਰੈਕਟਰੀ ਤੁਹਾਡੀ ਖਾਲੀ ਹੋ ਜਾਏ। ਫੋਲਡਰ ਖਾਲੀ ਜਦੋਂ ਹੋ ਜਾਵੇ ਉਦੋਂ ਫੋਲਡਰ ਨੂੰ ਹਟਾਉਣਾ ਹੋਵੇ ਤਾਂ RD। ਪਰ ਜਦੋਂ ਉਸ ਫੋਲਡਰ ਵਿਚਲੀ ਕਿਸੇ ਫਾਈਲ ਨੂੰ ਡਿਲੀਟ ਕਰਨਾ ਹੋਵੇ ਤਾਂ ਫਿਰ ਡੈਲ। ਕਾਪੀ ਕਮਾਂਡ ਇੱਕ ਫਾਈਲ ਨੂੰ ਦੂਜੀ ਥਾਂ ਦੇ ਉੱਤੇ ਲਿਜਾਣ ਵਾਸਤੇ। ਮੂਵ ਕਮਾਂਡ ਇੱਕ ਫਾਈਲ ਨੂੰ ਖਿੱਚ ਕੇ ਦੂਜੀ ਥਾਂ ਦੇ ਉੱਤੇ ਲਿਜਾਣ ਵਾਸਤੇ ਬਿਨਾਂ ਉਹਨੂੰ ਪੁਰਾਣੀ ਥਾਂ ਦੇ ਉੱਤੇ ਰੱਖਿਆ ਯਾਨੀ ਕਿ ਮੂਵ ਕਰਕੇ ਲਿਜਾਣ ਲਈ। ਸੋ ਇਹ ਸੀਗੀਆਂ ਸਾਡੇ ਕੋਲੇ DOS ਦੀਆਂ ਡਿਫਰੈਂਟ ਕਮਾਂਡਸ। ਜੇ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਸ਼ੰਕਾ DOS ਕਮਾਂਡਸ ਨਾਲ ਰਿਲੇਟਡ ਹੋਵੇ ਤਾਂ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ। ਫਿਲਹਾਲ ਤੁਹਾਨੂੰ ਇਹ ਵੇਖ ਕੇ ਉਲਝਣ ਜ਼ਰੂਰ ਪਈ ਹੋਏਗੀ ਕਿ ਪਤਾ ਨਹੀਂ ਇਹ ਕਿਵੇਂ ਚੱਲੇਗਾ। ਉਹਦੇ ਲਈ ਤੁਹਾਨੂੰ ਇਹ ਕਮਾਂਡਸ ਖੁਦ ਵਰਤ ਕੇ ਦੇਖਣੀਆਂ ਪੈਣਗੀਆਂ ਪਰ ਥੋੜ੍ਹੀ ਜਿਹੀ ਸਾਵਧਾਨੀ ਨਾਲ। ਜਿਹੜਾ ਮੈਂ ਕੰਮ ਤੁਹਾਨੂੰ C ਦੇ ਵਿੱਚ ਕਰਕੇ ਦਿਖਾਇਆ
ਉਹ ਤੁਸੀਂ ਕੋਸ਼ਿਸ਼ ਕਰਨੀ ਹੈ ਕਿ D ਜਾਂ E ਦੇ ਵਿੱਚ ਕਰਨਾ ਹੈ, ਕਿਉਂਕਿ C ਦੇ ਵਿੱਚੋਂ ਕਿਤੇ ਗਲਤੀ ਨਾਲ ਕੋਈ ਫਾਈਲ ਦੇ ਉੱਤੇ del ਕਮਾਂਡ ਜਾਂ ਜਿਹੜੀ RD ਕਮਾਂਡ ਨਾ ਲਗਾ ਬੈਠੋ, ਕਿਤੇ ਨਾਲ ਡਿਲੀਟ ਨਾ ਹੋ ਜਾਏ। ਸੋ ਇਹਨਾਂ ਚੀਜ਼ਾਂ ਦਾ ਰੱਖਣਾ ਧਿਆਨ। ਤੇ ਅਸੀਂ ਹੁਣ ਗੱਲ ਅੱਗੇ ਕਰਨੀ ਹੈ, ਸਾਡੇ ਕੋਲ ਜਿਹੜੇ ਮੰਚ ਸੀਗੇ ਜਿਨ੍ਹਾਂ ਦੀ ਵਰਤੋਂ ਅਸੀਂ ਕਰ ਸਕਦੇ ਹਾਂ ਕਲਾਸਿਸ ਲਗਾਉਣ ਦੇ ਲਈ ਆਨਲਾਈਨ। ਜਿਵੇਂ ਅਸੀਂ ਕਲਾਸ ਲਗਾ ਰਹੇ ਹਾਂ ਔਰ ਅੱਜ ਅਸੀਂ ਗੂਗਲ ਮੀਟ ਦਾ ਇਸਤੇਮਾਲ ਕਰ ਰਹੇ ਹਾਂ, ਇਸੇ ਤਰ੍ਹਾਂ ਬਾਕੀ ਦੇ ਹੋਰ ਵੀ ਬਹੁਤ ਸਾਰੇ ਮੰਚ ਨੇ, ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਜਦੋਂ ਵੀ ਤੁਸੀਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਦੂਰ ਬੈਠ ਕੇ ਕਲਾਸ ਲਗਾਉਣੀ ਹੈ ਤਾਂ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਮੋਬਾਈਲ ਜਾਂ ਕੰਪਿਊਟਰ ਹੋਣਾ ਚਾਹੀਦਾ ਹੈ, ਫਿਰ ਇੰਟਰਨੈਟ ਚੰਗੀ ਸਪੀਡ ਵਾਲਾ ਹੋਣਾ ਚਾਹੀਦਾ ਹੈ, ਵੈਬ ਕੈਮ ਲੱਗਿਆ ਹੋਣਾ ਚਾਹੀਦਾ ਹੈ ਜੇ ਕੰਪਿਊਟਰ ਵਰਤ ਰਹੇ ਹੋ ਤਾਂ। ਇਸ ਤਰ੍ਹਾਂ ਹੈਡਸੈਟ ਜਾਂ ਹੈਡਫੋਨ ਦੀ ਵਰਤੋਂ ਵੀ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਜਿਹੜੀ ਇਹ ਡਿਸਟੋਰਸ਼ਨ ਨਹੀਂ ਹੁੰਦੀ। ਮਾਈਕਰੋਫੋਨ ਤੁਸੀਂ ਅਲੱਗ ਲਗਾ ਸਕਦੇ ਹੋ ਜੇ ਤੁਹਾਡੇ ਫੋਨ ਦਾ ਮਾਈਕਰੋਫੋਨ ਵੀਕ ਹੈ ਤਾਂ। ਇਸੇ ਤਰ੍ਹਾਂ ਅਸੀਂ ਇੱਕ ਡਿਜੀਟਲ ਵਾਈਟ ਬੋਰਡ ਦੀ ਵੀ ਆਪਸ਼ਨ ਹੁੰਦੀ ਹੈ, ਮੈਨੂੰ ਇਹਦੇ ਵਿੱਚ ਗੂਗਲ ਮੀਟ ਦੇ ਵਿੱਚ ਵੀ ਹੈ, ਮੈਂ ਇਹ ਵੀ ਲੈ ਕੇ ਦਿਖਾ ਦਾਂਗਾ ਤੁਹਾਨੂੰ ਕਿ ਡਿਜੀਟਲ ਵਾਈਟ ਬੋਰਡ ਕੀ ਹੁੰਦਾ ਹੈ। ਜਿਸ ਤਰ੍ਹਾਂ ਅਧਿਆਪਕ ਵਾਈਟ ਬੋਰਡ ਨੂੰ ਕਲਾਸ ਦੇ ਵਿੱਚ ਵਰਤਦਾ ਹੈ, ਉਸੇ ਤਰ੍ਹਾਂ ਵਾਈਟ ਬੋਰਡ ਮੈਂ ਇੱਥੇ ਵੀ ਵਰਤ ਸਕਦਾ ਔਰ ਵਰਤ ਕੇ ਉਹਦੇ ਉੱਤੇ ਕੁਝ ਵਾਹ ਕੇ ਤੁਹਾਨੂੰ ਸਮਝਾ ਸਕਦਾ। ਸਕਰੀਨ ਰਿਕਾਰਡਿੰਗ ਵੀ ਕਰ ਸਕਦਾ ਮੈਂ, ਜਿਵੇਂ ਰਿਕਾਰਡਿੰਗ ਚੱਲ ਰਹੀ ਹੈ ਉਸੇ ਤਰ੍ਹਾਂ ਦੀ ਰਿਕਾਰਡਿੰਗ ਕਰ ਸਕਦਾ। ਸੋ ਹੁਣ ਸਾਡੇ ਕੋਲ ਬਹੁਤ ਸਾਰੇ ਜਿਹੜੇ ਉਹ ਆਨਲਾਈਨ ਕਲਾਸਿਸ ਲਗਾਉਣ ਵਾਲੇ ਸਾਡੇ ਕੋਲੇ ਮੰਚ ਨੇ, ਸੌਫਟਵੇਅਰ ਨੇ, ਜਿਵੇਂ ਕਿ ਸਾਡੇ ਕੋਲ ਗੂਗਲ ਮੀਟ ਹੈ। ਸਭ ਤੋਂ ਪਹਿਲਾਂ ਤਾਂ ਗੂਗਲ ਮੀਟ ਜਿਹੜਾ ਹੈ ਗੂਗਲ ਦਾ ਹੀ ਹੈ ਅਤੇ ਵੀਡੀਓ ਕਾਨਫਰੰਸਿੰਗ ਦੇ ਲਈ ਵਰਤਿਆ ਜਾਂਦਾ, ਜੋ ਕਿ ਗੂਗਲ ਸਰਵਰ ਦਾ ਇੱਕ ਹਿੱਸਾ ਹੈ ਅਤੇ ਮੁਫਤ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। 250 ਤੱਕ ਅਸੀਂ ਇਹਦੇ ਵਿੱਚ ਵਿਦਿਆਰਥੀਆਂ ਨੂੰ ਜੋੜ ਸਕਦੇ ਹਾਂ। ਜੇ ਕਿਸੇ ਅਧਿਆਪਕ ਨੇ 250 ਤੋਂ ਵੱਧ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੋਵੇ ਤਾਂ ਫਿਰ ਗੂਗਲ ਮੀਟ ਉਹਨੂੰ ਖਰੀਦਿਆ ਹੋਇਆ ਵਰਜ਼ਨ ਲੈਣਾ ਪਊਗਾ ਜਾਂ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਜਾਣਾ ਪਏਗਾ। ਸੋ ਗੂਗਲ ਮੀਟ ਇੱਕ ਤਾਂ ਫ੍ਰੀ ਹੈ, 250 ਤੱਕ ਅਸੀਂ ਇਹਦੇ ਨਾਲ ਜੁੜ ਸਕਦੇ ਹਾਂ, ਵਿਦਿਆਰਥੀਆਂ ਨੂੰ ਜੋੜ ਸਕਦੇ ਹਾਂ। ਅਤੇ ਵੱਡੀ ਸੁਵਿਧਾ ਇਹ ਹੈ ਕਿ ਇਹਦੇ ਉੱਤੇ ਤੁਸੀਂ ਕਲਾਸ ਜਿੰਨਾ ਸਮਾਂ ਚਾਹੋ ਲਗਾ ਸਕਦੇ ਹੋ, ਪੂਰਾ ਦਿਨ ਵੀ, ਲੰਬੀ ਕਲਾਸ ਵੀ ਲਗਾ ਸਕਦੇ ਹੋ। ਅੱਗੇ ਸਾਡੇ ਕੋਲ ਹੈ ਜ਼ੂਮ, ਇਹ ਵੀ ਫ੍ਰੀ ਹੈ, ਪਰ ਇਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ 40 ਮਿੰਟ ਵਾਲੀ। 40 ਮਿੰਟ ਤੋਂ ਲੰਬੀ ਕਲਾਸ ਤੁਸੀਂ ਫ੍ਰੀ ਵਾਲੇ ਵਰਜ਼ਨ ਦੇ ਵਿੱਚ ਨਹੀਂ ਲਗਾ ਸਕਦੇ। ਜੇ ਤੁਸੀਂ ਜ਼ੂਮ ਦਾ ਵਰਜ਼ਨ ਜਿਹੜਾ ਹੈ ਖਰੀਦਿਆ ਹੋਇਆ ਹੈ ਤਾਂ ਫਿਰ ਤੁਸੀਂ ਉਹਦੇ 'ਤੇ ਜ਼ਿਆਦਾ ਵਰਤੋਂ ਕਰ ਸਕਦੇ ਹੋ, ਅਦਰਵਾਈਜ਼ ਨਹੀਂ। ਦੂਸਰਾ ਹੈ ਕਿ ਚਾਈਨੀਜ਼ ਐਪ ਹੈ ਅਤੇ ਕੁਝ ਲੋਕਾਂ ਦਾ ਇਹ ਵੀ ਸ਼ੰਕਾ ਹੈ ਕਿ ਇਹਦੇ ਨਾਲ ਹੈਕਿੰਗ ਹੋ ਸਕਦੀ ਹੈ, ਡਾਟਾ ਸਾਡਾ ਚੋਰੀ ਹੋ ਸਕਦਾ ਹੈ। ਸੋ ਉਹਦੇ ਲਈ ਜਿਹੜਾ ਐਡਮਿਨ ਹੈ, ਜਿਹੜਾ ਅਧਿਆਪਕ ਹੈ, ਉਹਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਉਹਦੇ ਸੰਬੰਧ ਵਿੱਚ ਮੈਂ ਇੱਕ CTech ਪੰਜਾਬੀ ਦੇ ਉੱਤੇ ਵੀਡੀਓ ਵੀ ਪਾਈ ਹੋਈ ਹੈ ਕਿ ਜ਼ੂਮ ਦੀ ਸੁਰੱਖਿਅਤ ਵਰਤੋਂ ਕਿਵੇਂ ਕਰੀਏ। ਜੇ ਜ਼ੂਮ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਵਰਤ ਸਕਦੇ ਹੋ, ਇੰਨੇ ਡਰਨ ਵਾਲੀ ਗੱਲ ਨਹੀਂ, ਪਰ ਉਹਦੀ ਸੁਰੱਖਿਅਤ ਵਰਤੋਂ ਲਈ ਕੁਝ ਜਿਹੜੇ ਕੰਮ ਤੁਹਾਨੂੰ ਕਰਨੇ ਹੋਣਗੇ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਉਹਦੀਆਂ ਕੁਝ ਸੈਟਿੰਗਸ ਕਰ ਲੈਣੀਆਂ ਨੇ। ਅੱਗੇ ਸਾਡੇ ਕੋਲ ਕਾਨਫਰੰਸ ਕਾਲ ਹੈ, ਜਿਹਨੂੰ ਅਸੀਂ ਫ੍ਰੀ ਕਾਨਫਰੰਸ ਕਾਲ ਦਾ ਨਾਮ ਵੀ ਦਿੰਦੇ ਹਾਂ। ਇਹ ਵੀ ਫ੍ਰੀ ਦੇ ਵਿੱਚ ਹੈ। ਇਹਦੇ ਵਿੱਚ ਵੀ ਤੁਸੀਂ ਇਹਦਾ ਵੱਡਾ ਫਾਇਦਾ ਇਹ ਹੈ, ਬਾਕੀ ਕੰਮ ਤਾਂ ਸਾਰੇ ਸੇਮ ਨੇ ਲਗਭਗ। ਇਹਦਾ ਵੱਡਾ ਫਾਇਦਾ ਹੈ ਕਿ ਜਿਵੇਂ ਹੀ ਕਲਾਸ ਲਗਾ ਕੇ ਅਧਿਆਪਕ ਜਿਹੜਾ ਹੈ ਫ੍ਰੀ ਕਾਨਫਰੰਸ ਕਾਲ ਵਾਲੀ ਐਪ ਨੂੰ ਬੰਦ ਕਰਦਾ ਹੈ ਤਾਂ ਈਮੇਲ ਦੇ ਰਾਹੀਂ ਸਾਰੇ ਵਿਦਿਆਰਥੀਆਂ ਦੀ ਡਿਟੇਲ ਉਹਦੇ ਤੱਕ ਪਹੁੰਚ ਜਾਂਦੀ ਹੈ, ਪੂਰੀ ਹਾਜ਼ਰੀ ਉਹਦੇ ਤੱਕ ਪਹੁੰਚ ਜਾਂਦੀ ਹੈ। ਪਰ ਜਿਹੜੇ ਬਾਕੀ ਦੇ ਸਾਡੇ ਕੋਲ ਸੌਫਟਵੇਅਰ ਨੇ ਉਹਨਾਂ ਦੇ ਵਿੱਚ ਅਟੈਂਡੈਂਸ ਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ। ਫ੍ਰੀ ਕਾਨਫਰੰਸ ਕਾਲ ਦੇ ਵਿੱਚ ਇੱਥੋਂ ਤੱਕ ਵੀ ਪਤਾ ਲੱਗ ਜਾਂਦਾ ਹੈ ਕਿ ਕੋਈ ਵਿਦਿਆਰਥੀ ਕਿਹੜੇ ਵੇਲੇ ਉਸਨੇ ਕਲਾਸ ਛੱਡੀ, ਕਿਹੜੇ ਵੇਲੇ ਦੁਬਾਰਾ ਆਇਆ, ਉਹ ਸਾਰੀ ਡਿਟੇਲ ਉਹਦੇ ਵਿੱਚ ਮਿਲ ਜਾਂਦੀ ਹੈ। ਸਾਡੇ ਕੋਲ ਮਾਈਕਰੋਸੌਫਟ ਟੀਮ ਅਤੇ ਮੂਡਲ, ਠੀਕ ਹੈ ਜੀ, ਅਤੇ ਗੂਗਲ ਕਲਾਸਰੂਮ, ਇਹ ਤਿੰਨ ਚੀਜ਼ਾਂ ਥੋੜ੍ਹੀਆਂ ਜਿਹੀਆਂ ਅਲੱਗ ਨੇ, ਗੂਗਲ ਮੀਟ ਨਾਲੋਂ, ਜ਼ੂਮ ਨਾਲੋਂ ਥੋੜ੍ਹੀਆਂ ਜਿਹੀਆਂ ਅਲੱਗ ਨੇ, ਕਿਉਂਕਿ ਇਹ ਕਲਾਸ ਲਾਉਣ ਵਾਸਤੇ ਨਹੀਂ ਵਰਤੇ ਜਾਂਦੇ। ਮਾਈਕਰੋਸੌਫਟ ਟੀਮ ਜਿਹੜੀ ਹੈ ਕਲਾਸ ਲਾਉਣ ਵਾਸਤੇ ਨਹੀਂ ਹੈ। ਇਹ ਇੱਥੇ ਇੱਕ ਐਸੀ ਵੈਬਸਾਈਟ ਹੈ ਜਿਹਦੇ ਉੱਤੇ ਅਧਿਆਪਕ ਆਪਣੀਆਂ ਅਸਾਈਨਮੈਂਟਸ, ਆਪਣੇ ਦਸਤਾਵੇਜ਼ ਉਹ ਇੱਕ ਜਗ੍ਹਾ ਦੇ ਉੱਤੇ ਸਟੋਰ ਕਰਦੇ ਨੇ ਅਤੇ ਵਿਦਿਆਰਥੀ ਉਹਨਾਂ ਡਾਕੂਮੈਂਟਸ ਨੂੰ ਵੇਖ ਸਕਦਾ ਹੈ, ਡਾਊਨਲੋਡ ਕਰ ਸਕਦਾ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਹੈ ਕਿ ਮੈਂ ਤੁਹਾਡੇ ਲਈ ਸਪੈਸ਼ਲ ਇੱਕ ਵੈਬਸਾਈਟ ਬਣਾਈ ਹੋਈ ਹੈ,
ਉਹਦੇ ਉੱਤੇ ਸਾਰੇ ਲਿੰਕਸ ਸਾਰਾ ਕੁਝ ਮਟੀਰੀਅਲ ਜਿਹੜਾ ਹੈ ਉਹ ਸਾਂਝਾ ਕਰਦਾ ਰਹਿਣਾ। ਤਾਂ ਉਹ ਸਾਰਾ ਕੁਝ ਹਰ ਅਧਿਆਪਕ ਨਹੀਂ ਨਾ ਕਰ ਸਕਦਾ, ਜਿਹਨੂੰ ਪ੍ਰੋਗਰਾਮਿੰਗ ਨਹੀਂ ਆਉਂਦੀ, ਵੈਬ ਡਿਜ਼ਾਈਨਿੰਗ ਨਹੀਂ ਆਉਂਦੀ, ਉਹ ਨਹੀਂ ਕਰ ਸਕਦਾ। ਪਰ ਮਾਈਕਰੋਸਾਫਟ ਟੀਮ ਦੇ ਉੱਤੇ ਇੱਕ ਉਹ ਅਧਿਆਪਕ ਜਿਹਨੂੰ ਪ੍ਰੋਗਰਾਮਿੰਗ ਨਹੀਂ ਆਉਂਦੀ, ਉਹ ਵੀ ਆਪਣਾ ਸਾਰਾ ਡਾਕੂਮੈਂਟ, ਆਪਣੀ ਸਾਰੀ ਸਮੱਗਰੀ ਜਿਹੜੀ ਵਿਦਿਆਰਥੀਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ, ਉਹ ਸਾਰੀ ਇੱਥੇ ਪਾ ਸਕਦਾ ਹੈ। ਇਸ ਤਰ੍ਹਾਂ ਮੂਡਲ ਵੀ ਇੱਕ ਫ੍ਰੀ ਦਾ ਓਪਨ ਸੋਰਸ ਜਿਹੜਾ ਮੈਨੇਜਮੈਂਟ ਸਿਸਟਮ ਹੈ। ਇੱਥੇ ਵੀ ਤੁਸੀਂ ਅਧਿਆਪਕ ਜਿਹੜਾ ਹੈ ਉਹ ਸਾਰਾ ਮਟੀਰੀਅਲ ਜਿਹੜਾ ਕਿ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਉਹਨੂੰ ਸਾਂਝਾ ਕਰ ਸਕਦਾ। ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿੱਥੇ ਤੁਸੀਂ ਸਮੱਗਰੀ ਸਾਂਝੀ ਕਰ ਸਕਦੇ ਹੋ। ਜਿਹੜਾ ਗੂਗਲ ਕਲਾਸਰੂਮ ਹੈ ਉਹ ਵੀ ਸੇਮ ਹੈ। ਹੁਣ ਤਿੰਨਾਂ ਦੇ ਵਿੱਚੋਂ ਮਾਈਕਰੋਸਾਫਟ ਟੀਮ ਜਿਹੜੀ ਹੈ ਇਹਦਾ ਥੋੜ੍ਹਾ ਜਿਹਾ ਕਨਸੈਪਟ ਹੈ ਹੋਰ ਵੀ ਵੱਡਾ ਹੈ। ਇਹਦੇ ਵਿੱਚ ਤਕਰੀਬਨ ਗੂਗਲ ਮੀਟ ਵਾਲੀਆਂ ਵੀ ਵਿੱਚੇ ਆਪਸ਼ਨ ਨੇ, ਮੂਡਲ ਵਾਲੀਆਂ ਵੀ ਨੇ। ਮਤਲਬ ਇਹ ਹੈ ਕਿ ਇੱਥੇ ਕਲਾਸ ਵੀ ਟੀਚਰ ਲਗਾ ਸਕਦਾ ਔਰ ਨਾਲ ਨਾਲ ਆਪਣੇ ਅਸਾਈਨਮੈਂਟ ਸਾਰੀਆਂ ਚੀਜ਼ਾਂ ਇੱਥੇ ਪਾ ਵੀ ਸਕਦਾ ਹੈ। ਸੋ ਇਹ ਨੇ ਸਾਡੇ ਕੋਲੇ ਕੁਝ ਇਲੈਕਟ੍ਰੋਨਿਕ ਮਾਧਿਅਮ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਪੜ੍ਹਾ ਸਕਦੇ ਹਾਂ, ਅਧਿਆਪਨ ਕਰ ਸਕਦੇ ਹਾਂ। ਇਸ ਤੋਂ ਇਲਾਵਾ WhatsApp ਹੈ। WhatsApp ਦਾ ਵੀ ਅੱਜ ਕੱਲ੍ਹ ਰੌਲਾ ਪਿਆ ਹੋਇਆ ਹੈ ਕਿ ਇਹਦੀ ਜਿਹੜੀ ਹੈ ਫਰਵਰੀ ਦੇ ਵਿੱਚ ਜਿਹੜਾ ਇਹ ਸੀਕ੍ਰੇਸੀ ਜਿਹੜੀ ਇਹਦੀ ਉਹ ਬਣੀ ਨਹੀਂ ਰਹੇਗੀ। ਸੋ ਉਹਦੀ ਥਾਂ 'ਤੇ ਸਿਗਨਲ ਐਪ ਵਰਤੋ ਜਾਂ ਹੋਰ ਕਾਫੀ ਕੁਝ ਵਰਤਣ ਵਾਸਤੇ ਕਿਹਾ ਜਾ ਰਿਹਾ ਹੈ। ਉਹ ਇੱਕ ਅਲੱਗ ਵਿਸ਼ਾ ਹੈ। ਪਰ ਫਿਲਹਾਲ WhatsApp ਦੀ ਵਰਤੋਂ ਵੀ ਅਧਿਆਪਕ ਕਰਦੇ ਨੇ ਜਿਹੜੇ ਟੈਕਨੀਕਲੀ ਉਹਨੇ ਸਟਰੋਂਗ ਨਹੀਂ ਹੁੰਦੇ। ਸੋ ਉਹ WhatsApp ਦੇ ਨਾਲ ਸਮੱਗਰੀ ਜਿਹੜੀ ਹੈ ਸਾਂਝੀ ਕਰ ਸਕਦੇ ਨੇ, ਫੇਸਬੁੱਕ ਦੇ ਰਾਹੀਂ ਕਰ ਸਕਦੇ ਨੇ। ਹੋਰ ਸਾਡੇ ਕੋਲ ਕਈ ਐਪਸ ਨੇ ਜਿਵੇਂ ਕਿ ਇੰਸਟਾਗ੍ਰਾਮ ਹੈ, ਟੈਲੀਗ੍ਰਾਮ ਹੈ, ਬਹੁਤ ਕੁਛ ਹੈ। ਸੋ ਫਿਲਹਾਲ ਅੱਜ ਇੰਨਾ ਹੀ। ਅੱਜ ਦੇ ਇਸ ਕਲਾਸ ਦੇ ਵਿੱਚ ਤੁਸੀਂ ਸਿੱਖਿਆ ਕਿ ਡੌਸ ਕੀ ਚੀਜ਼ ਹੁੰਦੀ ਹੈ, ਵਿੰਡੋਜ਼ ਦੇ ਨਾਲੋਂ ਕਿਵੇਂ ਅਲੱਗ ਹੈ। ਇੱਥੋਂ ਤੱਕ ਕਿ ਪ੍ਰੈਕਟੀਕਲੀ ਵੀ ਅਸੀਂ ਦੋਨਾਂ ਦੇ ਵਿੱਚ ਪੈਰਲਲ ਜਿਹੜਾ ਹੈ ਦੋਨਾਂ ਦਾ ਤੁਲਨਾਤਮਕ ਅਧਿਐਨ ਕੀਤਾ, ਪ੍ਰੈਕਟੀਕਲੀ ਅਧਿਐਨ ਕੀਤਾ ਹੈ ਕਿ ਜਿਹੜੀ ਕਮਾਂਡ ਵਿੰਡੋਜ਼ ਦੇ ਵਿੱਚ ਅਸੀਂ ਵਰਤਦੇ ਹਾਂ ਉਹਨੂੰ ਡੌਸ ਦੇ ਵਿੱਚ ਕਿਵੇਂ ਵਰਤਣਾ ਹੈ। ਸੋ ਕਮਾਂਡਾਂ ਸਾਡੇ ਕੋਲ 5-6 ਹੀ ਨੇ ਸਿਲੇਬਸ ਵਿੱਚ, ਇਹਨਾਂ ਦਾ ਧਿਆਨ ਰੱਖ ਲੈਣਾ ਹੈ। ਇਹਨਾਂ ਨੂੰ ਵਰਤਣਾ ਕਿਵੇਂ ਹੈ, ਜਿਹੜਾ ਵਰਤਣ ਦਾ ਤਰੀਕਾ ਹੁੰਦਾ ਹੈ, ਜਿਸ ਤਰੀਕੇ ਨਾਲ ਅਸੀਂ ਕਮਾਂਡ ਨੂੰ ਲਿਖਣਾ ਹੈ, ਉਹ ਲਿਖਣ ਦਾ ਜਿਹੜਾ ਤਰੀਕਾ ਹੈ ਉਹਨੂੰ ਅਸੀਂ ਸਿੰਟੈਕਸ ਕਹਿੰਦੇ ਹਾਂ। ਅੰਗਰੇਜ਼ੀ ਦੇ ਵਿੱਚ, ਕੰਪਿਊਟਰ ਦੀ ਭਾਸ਼ਾ ਵਿੱਚ ਸਿੰਟੈਕਸ ਕਹਿੰਦੇ ਹਾਂ। ਸੋ ਸਿੰਟੈਕਸ ਜਿਹੜਾ ਹੈ ਉਹ ਨਵੀਂ ਡਾਇਰੈਕਟਰੀ ਬਣਾਉਣ ਦਾ, ਡਾਇਰੈਕਟਰੀ ਚੇਂਜ ਕਰਨ ਦਾ, ਕਾਪੀ ਕਰਨ ਦਾ, ਇਹ ਸਾਰੇ ਸਿੰਟੈਕਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਵਿਦ ਐਗਜ਼ਾਮਪਲ ਵੀ ਤੁਸੀਂ ਲਿਖ ਸਕਦੇ ਹੋ। ਜੇ ਕਿਸੇ ਕੋਲ ਮੇਰੇ ਵਾਲੀ ਉਹ ਕਿਤਾਬ ਜਿਹੜੀ ਯੂਨੀਵਰਸਿਟੀ ਨੇ ਛਾਪੀ ਹੈ ਉਹ ਹੋਵੇ ਤਾਂ ਉਹਦੇ ਵਿੱਚ ਇੱਕ ਚੈਪਟਰ ਇਕੱਲਾ ਡੌਸ ਕਮਾਂਡਸ ਦਾ ਹੈਗਾ, ਪਰ ਉਹਦੇ ਵਿੱਚ ਸਿਰਫ ਇੱਕੋ ਚੈਪਟਰ ਹੀ ਤੁਹਾਡੇ ਕੰਮ ਦਾ ਹੈ, ਉਹਨੂੰ ਤੁਸੀਂ ਬਾਕੀ ਸਾਰੀ ਕੰਮ ਦੀ ਨਹੀਂ ਹੈ। ਸੋ ਉਹ ਜੇ ਨਹੀਂ ਖਰੀਦ ਸਕਦੇ ਤਾਂ ਉਹਦਾ ਚੈਪਟਰ ਦੀ ਫੋਟੋਕਾਪੀ ਹੀ ਚੱਲ ਸਕਦੀ ਹੈ, ਕਿਉਂਕਿ ਉਹਦੇ ਲਈ ਇੱਕ ਚੈਪਟਰ ਹੀ ਤੁਹਾਨੂੰ ਲੋੜੀਂਦਾ ਹੈ। ਬਾਕੀ ਸਾਰਾ ਕੁਝ ਤਾਂ ਤੁਹਾਨੂੰ ਬਾਕੀਆਂ ਕਿਤਾਬਾਂ ਵਿੱਚੋਂ ਮਿਲ ਜਾਏਗਾ।